ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬੇਗਨਨ ਕੇ ਨਾਸਕ ਬੇਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਇੱਕ ਦਿਨ ਸਤਿਗੁਰ ਚੜੇ ਅਖੇਰ ਭਏ ਤੁਰੰਗ ਅਰੂੜ ਸਵੇਰ। ਸੁਬਟ ਸਿੰਘ ਦਲ ਸੰਗ ਸੁਹੰਤਾ ਸਭ ਕੇ ਬੀਚ ਚਲਹਿ ਭਗਵੰਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਸ਼ੋਭਤ ਹੋ ਰਹੀ ਗੁਰੂ ਕੀ ਸੰਗਤ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਆ ਕੇ ਪ੍ਰਾਪਤ ਹੋਏ। ਸਤਿਗੁਰਾਂ ਦੀਆਂ ਸੰਗਤਾਂ ਸਜੀਆਂ ਹੋਈਆਂ। ਇਹਨੇ ਚਿਰ ਨੂੰ ਭਾਈ ਸੁਥਰੇ ਸ਼ਾਹ ਜੋ ਮਹਾਰਾਜ ਦਾ ਸਿੱਖ ਹੈ ਆਪਣੇ ਸਰੀਰ ਦੇ ਉੱਪਰ ਕਾਲਖ ਲਾ ਕੇ ਸੰਗਤ ਵਿੱਚ ਆ ਕੇ ਬੈਠ ਗਿਆ। ਸਤਿਗੁਰਾਂ ਨੇ ਪੁੱਛਿਆ ਭਾਈ ਸੁਥਰੇ ਸ਼ਾਹ ਇਹ ਕੀ ਕਰਦੇ ਪਏ? ਕਹਿਣ ਲੱਗਾ ਮਹਾਰਾਜ ਤੁਹਾਡੀ ਸੰਗਤ ਬੜੀ ਸੋਹਣੀ ਲੱਗਦੀ ਹੈ, ਕਿਸੇ ਨੂੰ ਨਜ਼ਰ ਨਾ ਲੱਗ ਜਾਵੇ, ਮੈਂ ਤਾਂ ਐਸਾ ਬੇਸ ਬਣਾਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸੰਗਤ ਇਸੇ ਤਰ੍ਹਾਂ ਹੀ ਸੋਹਣੀ ਲੱਗਿਆ ਕਰੇਗੀ। ਸਾਡਾ ਖਾਲਸਾ ਇਸੇ ਤਰ੍ਹਾਂ ਦਾ ਹੀ ਸੋਹਣਾ ਸੁੰਦਰ ਲੱਗਿਆ ਕਰੇਗਾ, ਇਹਨੂੰ ਕੋਈ ਨਜ਼ਰ ਨਹੀਂ ਲਾ ਸਕੇਗਾ। ਇਤਿਹਾਸ ਬਚਨ ਆਪਾਂ ਕੱਲ ਸਰਵਣ ਕੀਤੇ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਸਤਿਗੁਰ ਚੜੇ ਅਖੇਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਟਿਕੇ ਹੋਏ ਤੇ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਚੜ ਕੇ ਚੱਲੇ ਹਨ। ਭਏ ਤੁਰੰਗ ਅਰੂੜ ਸਵੇਰ। ਤੇ ਸਤਿਗੁਰੂ ਪਾਤਸ਼ਾਹ ਜੀ ਅੱਜ ਸਵੇਰੇ ਸਵੇਰੇ ਹੀ ਮਹਾਰਾਜ ਦਾ ਵਿਚਾਰ ਬਣਿਆ ਵੀ ਸ਼ਿਕਾਰ ਖੇਡਣ ਜਾਣਾ ਹੈ।
ਤੇ ਸਵੇਰ ਵੇਲੇ ਹੀ ਮਹਾਰਾਜ ਘੋੜੇ ਦੇ ਉੱਪਰ ਸਵਾਰ ਹੋ ਗਏ ਹਨ। ਸੁਭਟ ਸਿੰਘ ਦਲ ਸੰਗ ਸੁਹੰਤ। ਮਹਾਰਾਜ ਦੇ ਸੂਰਮਿਆਂ ਦਾ ਜਿਹੜਾ ਦਲ ਹੈ ਨਾ ਨਾਲ, ਉਹ ਨਾਲ ਸਿੰਘ ਵੀ ਤਿਆਰ ਬਰ ਤਿਆਰ। ਜਦੋਂ ਮਹਾਰਾਜ ਘੋੜੇ ਤੇ ਚੜ ਕੇ ਚੱਲਣ ਲੱਗੇ ਨਾ ਸ਼ਿਕਾਰ ਖੇਡਣ ਵਾਸਤੇ, ਤੇ ਮਹਾਰਾਜ ਦੀ ਜਿਹੜੀ ਫੌਜ ਹੈ ਸੂਰਮੇ, ਉਹ ਵੀ ਤਿਆਰ ਹੋ ਕੇ ਨਾਲ ਚੱਲੇ ਹਨ। ਸਭ ਕੇ ਵਿੱਚ ਚੱਲੇ ਭਗਵੰਤ। ਸਤਿਗੁਰੂ ਪਾਤਸ਼ਾਹ ਮਹਾਰਾਜ ਜੋ ਭਗਵੰਤ ਦਾ ਰੂਪ ਨੇ, ਪਰਮੇਸ਼ਰ ਦਾ ਰੂਪ ਨੇ, ਮਾਲਕ ਨੇ, ਨਿਰੰਕਾਰ ਨੇ। ਚਾਰ ਚਫੇਰੇ ਮਹਾਰਾਜ ਦੇ ਸਿੱਖ ਤੇ ਵਿਚਕਾਰ ਮਹਾਰਾਜ ਆਪ ਚੱਲਦੇ ਹਨ। ਸਭ ਕੈ ਸ਼ਸਤਰ ਸਜੈ ਸ਼ੁਭ ਰੰਗ। ਜਿਹੜੇ ਮਹਾਰਾਜ ਦੀਆਂ ਫੌਜਾਂ ਦੇ ਸਿਪਾਹੀ ਨੇ, ਸਾਰਿਆਂ ਦੇ ਸਰੀਰ ਦੇ ਉੱਪਰ ਬੜੇ ਸੋਹਣੇ ਸ਼ਸਤਰ ਸਜੇ ਹੋਏ ਸ਼ੋਭਾ ਪਾਉਂਦੇ ਹਨ। ਖੜਗ ਰੋਸੇ ਪਰ ਸਿਗੰਧ ਤੁਫੰਗ। ਗੁਰਮੁਖੋ ਕਿਸੇ ਨੇ ਤਲਵਾਰ ਗਲ ਵਿੱਚ ਪਾਈ ਹੈ, ਕਿਸੇ ਨੇ ਬੰਦੂਕ ਮੋਢੇ ਤੇ ਟੰਗੀ ਹੈ, ਕੋਈ ਢਾਲ ਆਪਣੇ ਸਰੀਰ ਦੇ ਉੱਪਰ ਮੋਢਿਆਂ ਦੇ ਉੱਪਰ ਟੰਗ ਕੇ ਇਸ ਤਰ੍ਹਾਂ ਸ਼ਸਤਰਾਂ ਦੇ ਨਾਲ ਤਿਆਰ ਹੋ ਕੇ ਚੱਲੇ ਹਨ। ਮਨ ਮੈਂ ਕਰਿਓ ਅਖੀਰ ਕਨੇਰਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਸ ਤਰ੍ਹਾਂ ਫਿਰ ਜੰਗਲ ਵਿੱਚ ਸ਼ਿਕਾਰ ਕੀਤਾ ਹੈ। ਉਤਰੇ ਪ੍ਰਭੂ ਬਿਰਖ ਸ਼ੁਭ ਹੇਰਾ। ਇੱਕ ਸੋਹਣਾ ਜਿਹਾ ਰੁੱਖ ਵੇਖ ਕੇ ਨਾ, ਸੰਘਣੀ ਛਾਂ ਵੇਖ ਕੇ, ਤੇ ਮਹਾਰਾਜ ਕੁਝ ਸਮਾਂ ਆਰਾਮ ਕਰਨ ਵਾਸਤੇ ਉੱਥੇ ਉਤਰ ਬੈਠੇ ਹਨ। ਕਿਤਕ ਕਾਲ ਬੈਠੇ ਕਰ ਸੈਲ। ਸਤਿਗੁਰੂ ਪਾਤਸ਼ਾਹ ਮਹਾਰਾਜ ਪਹਾੜ ਦੀ ਸੈਰ ਕਰਨ ਵਾਸਤੇ ਕੁਝ ਸਮਾਂ ਇੱਥੇ ਬੈਠ ਗਏ। ਸਤੁ ਦਰਵ ਤੀਰ ਖਰੇ ਜਹ ਸੈਲ। ਤੇ ਕਹਿਣ ਲੱਗੇ ਗੁਰਮੁਖੋ, ਨਾਲ ਹੀ ਇਹ ਸਤਲੁਜ ਨਦੀ ਵਗਦੀ ਪਈ ਹੈ, ਤੇ ਉਸ ਨਦੀ ਦੇ ਕੰਢੇ ਇੱਕ ਪਹਾੜ ਹੈ, ਇੱਥੇ ਮਹਾਰਾਜ ਜੀ ਉਤਰੇ ਹੋਏ ਹਨ। ਉਠੇ ਪ੍ਰਭੂ ਹੈ ਕੀ ਨਸੇ ਆਗੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਵੇਲੇ ਉੱਠ ਕੇ ਤੇ ਆਪਣੇ ਘੋੜੇ ਨੂੰ ਅੱਗੇ ਕੀਤਾ ਹੈ। ਦੇਰ ਕਾਬ ਪਦ ਚੜਵੇ ਲਾਗੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਉਥੋਂ ਕੁਝ ਸਮਾਂ ਸੈਰ ਕਰਕੇ ਆਰਾਮ ਕਰਕੇ ਇਥੋਂ ਅੱਗੇ ਚੱਲਣ ਵਾਸਤੇ ਜਦੋਂ ਰਕਾਬ ਦੇ ਵਿੱਚ ਪੈਰ ਰੱਖਿਆ ਨਾ, ਚਰਨ ਰੱਖਿਆ, ਮਹਾਰਾਜ ਘੋੜੇ ਤੇ ਚੜਨ ਲੱਗੇ ਹਨ। ਸ਼ੁਭਦ ਕਿਰਪਾਨ ਬਨਿਓ ਮਦ ਮਿਆਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਕਿਰਪਾਨ ਬੜੀ ਸੋਹਣੀ, ਤੇ ਕਿਰਪਾਨ ਦੇ ਉੱਪਰ ਜਿਹੜਾ ਮਿਆਨ ਚੜਿਆ ਉਹ ਉਸ ਤੋਂ ਵੀ ਜ਼ਿਆਦਾ ਸੋਹਣਾ ਹੈ। ਕਸੀ ਕਮਰ ਕੇ ਸੰਗ ਸੁਜਾਨ। ਤੇ ਸਤਿਗੁਰੂ ਪਾਤਸ਼ਾਹ ਨੇ ਐਸੀ ਸੁੰਦਰ ਤਲਵਾਰ ਔਰ ਸੁੰਦਰ ਉਹਦਾ ਮਿਆਨ ਹੈ, ਐਸੀ ਸ੍ਰੀ ਸਾਹਿਬ ਨੂੰ ਮਹਾਰਾਜ ਨੇ ਆਪਣੇ ਕਮਰ ਕੱਸੇ ਲਾਇਆ ਹੋਇਆ ਹੈ। ਚੰਚਲ ਬਾਜੀ ਬਹੁ ਬਲ ਭਰਿਓ। ਮਹਾਰਾਜ ਦਾ ਘੋੜਾ ਗੁਰਮੁਖੋ ਬੜਾ ਬਲ ਵਾਲਾ ਹੈ, ਬੜਾ ਤਕੜਾ ਤੇ ਫੁਰਤੀਲਾ ਹੈ। ਇਸ ਘੋੜੇ ਦੇ ਉੱਪਰ ਮਹਾਰਾਜ ਸਵਾਰ ਹੁੰਦੇ ਹਨ। ਅਗਨ ਚਪਲਤਾ ਉਛਲਨ ਕਰਿਓ। ਅਤੇ ਕਹਿਣ ਲੱਗੇ ਵੀ ਇਹ ਆਪਣੇ ਪੈਰਾਂ ਨੂੰ ਧਰਤੀ ਤੇ ਲੱਗਣ ਨਹੀਂ ਦਿੰਦਾ। ਮੰਨ ਲਓ ਵੀ ਹਵਾ ਦੇ ਵਿੱਚ ਜਿਵੇਂ ਉੱਡਦਾ ਹੀ ਜਾਂਦਾ ਹੋਵੇ, ਐਸੀ ਰਫਤਾਰ ਇਸ ਘੋੜੇ ਦੀ ਹੈ। ਨਿਕਸੇ ਵਹਿਰ ਮਿਆਨ ਤੇ ਹੇਰ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਜਿਹੜੀ ਕਿਰਪਾਨ ਹੈ ਨਾ, ਕਹਿੰਦੇ ਮਿਆਨ ਦੇ ਵਿੱਚੋਂ ਜਦੋਂ ਬਾਹਰ ਨਿਕਲੀ ਹੈ, ਖੜਗ ਸੰਭਾਰਿਓ ਗੁਰ ਤੇ ਸਬੇਰ। ਤੇ ਸਤਿਗੁਰਾਂ ਨੇ ਛੇਤੀ ਦੇ ਨਾਲ ਆਪਣੀ ਕਿਰਪਾਨ ਨੂੰ, ਤਲਵਾਰ ਨੂੰ ਸਾਂਭਿਆ। ਜਦੋਂ ਘੋੜੇ ਤੇ ਮਹਾਰਾਜ ਸਵਾਰ ਹੋਏ ਨਾ, ਤੇ ਘੋੜੇ ਨੇ ਆਪਣੇ ਅਗਲੇ ਦੋਨੇ ਪੌੜ ਉੱਪਰ ਨੂੰ ਚੁੱਕੇ ਛਾਲ ਮਾਰਨ ਵਾਸਤੇ, ਜੋਸ਼ ਵਿੱਚ ਆਇਆ। ਤੇ ਕਹਿਣ ਲੱਗੇ ਥੋੜੀ ਜੀ ਤਲਵਾਰ ਮਿਆਨ ਤੋਂ ਬਾਹਰ ਆਈ ਹੈ। ਸਤਿਗੁਰਾਂ ਦੀ ਨਿਗਾਹ ਪਿਆ, ਮਹਾਰਾਜ ਨੇ ਬੜੀ ਫੁਰਤੀ ਦੇ ਨਾਲ ਫਿਰ ਉਸ ਤਲਵਾਰ ਨੂੰ ਮਿਆਨ ਦੇ ਵਿੱਚ ਪਾਇਆ ਹੈ। ਰੋਕਨ ਕੋ ਜਾਚਿਓ ਪ੍ਰਭ ਡੋਰਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਘੋੜਾ ਰੋਕਣ ਵਾਸਤੇ ਰੱਸੀ ਖਿੱਚੀ ਹੈ, ਲਗਾਮਾਂ ਫੜੀਆਂ ਨਾ ਹੱਥ ਵਿੱਚ ਵੀ ਘੋੜਾ ਰੋਕੀਏ। ਤੇ ਮਹਾਰਾਜ ਸਾਹਿਬ ਜੀ ਉਸ ਵੇਲੇ ਘੋੜੇ ਨੂੰ ਰੋਕਣ ਵਾਸਤੇ ਖਿੱਚਦੇ ਹਨ। ਸੁਨ ਸਭ ਸਿੱਖਨ ਕੀਨ ਢੰਡੋਰਾ। ਜਿਹੜੇ ਸਿੱਖ ਸਨ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਘੋੜਾ ਇਸ ਵੇਲੇ ਬੜਾ ਬਲ ਵਿਖਾਉਂਦਾ ਪਿਆ, ਤੇ ਉਸ ਵੇਲੇ ਸਾਰਿਆਂ ਸਿੱਖਾਂ ਨੇ ਇੱਕ ਦੂਜੇ ਨੂੰ ਆਵਾਜ਼ ਦਿੱਤੀ ਹੈ। ਖੋਜਤ ਭਲੇ ਨਹੀਂ ਜਬ ਪਾਇਓ। ਕਹਿਣ ਲੱਗੇ ਲੱਭਦੇ ਪਏ, ਪਰ ਚੰਗੇ ਤਰੀਕੇ ਨਾਲ ਲੱਭਾ ਨਹੀਂ ਹੈ। ਸਿੱਖਿਆਂ ਤੇ ਨਿਕਾਜ ਸਰ ਆਇਓ। ਸਿੱਖਾਂ ਤੋਂ ਕਾਜ ਬਣਿਆ ਨਹੀਂ, ਗੱਲ ਬਣੀ ਨਹੀਂ ਹੈ। ਦਇਆ ਸਿੰਘ ਤਬ ਹਿਰਦੈ ਵਿਚਾਰਾ। ਉਸ ਵੇਲੇ ਭਾਈ ਦਇਆ ਸਿੰਘ ਮਹਾਰਾਜ ਦੇ ਨਾਲ ਸਨ, ਤੇ ਉਹਨਾਂ ਨੇ ਮਨ ਵਿੱਚ ਇਹ ਗੱਲ ਸੋਚੀ ਹੈ। ਆਪਣੋ ਜਾਗੇ ਉਪਵੀਤ ਉਤਾਰਾ। ਉਹਨਾਂ ਨੇ ਗੱਲ ਵਿੱਚ ਕਹਿੰਦੇ ਵੀ ਜੰਜੂ ਪਾਇਆ ਹੋਇਆ। ਭਾਈ ਦਇਆ ਸਿੰਘ ਨਾਲ ਸਨ, ਤੇ ਉਹ ਖੱਤਰੀ ਜਾਤੀ ਨਾਲ ਸੰਬੰਧ ਰੱਖਦੇ ਸਨ, ਤੇ ਉਹ ਪਹਿਲਾਂ ਜਿਵੇਂ ਘਰਦਿਆਂ ਨੇ ਸ਼ੁਰੂ ਤੋਂ ਹੀ ਜੰਜੇਊ ਗਲ ਵਿੱਚ ਜਨੇਊ ਪਾਇਆ ਸੀ, ਤੇ ਉਹ ਗਲ ਵਿੱਚ ਪਾਇਆ ਹੋਇਆ। ਤੇ ਕਹਿਣ ਲੱਗੇ ਉਸ ਨੂੰ ਉਤਾਰ ਕੇ ਫਿਰ ਡੋਰਾ ਕਰ ਕਿਰਪਾਨ ਹਿਤ ਦੀਨਾ। ਅਤੇ ਉਹਦੀ ਡੋਰ ਬਣਾ ਕੇ ਨਾ, ਜਦੋਂ ਨਿਹੰਗ ਸਿੰਘ ਕਿਰਪਾਨ ਪਾਉਂਦੇ ਨਾ ਗਲ ਵਿੱਚ, ਤੁਸੀਂ ਦੇਖਿਆ ਹੋਵੇਗਾ ਕਿਰਪਾਨ ਨੂੰ ਉੱਪਰੋਂ ਡੋਰੀ ਨਾਲ ਬੱਧਾ ਹੁੰਦਾ, ਕਿਸੇ ਵੀ ਸਮੇਂ ਆਪਣੇ ਆਪ ਨਾ ਮਿਆਨ ਵਿੱਚੋਂ ਬਾਹਰ ਨਿਕਲੇ। ਜਦੋਂ ਕਿਰਪਾਨ ਬਾਹਰ ਕੱਢਣੀ ਹੈ, ਮਿਆਨ ਤੋਂ ਪਹਿਲਾਂ ਡੋਰੀ ਖੁੱਲਣੀ ਪੈਂਦੀ ਹੈ, ਫਿਰ ਕਿਰਪਾਨ ਬਾਹਰ ਕੱਢੀ ਜਾਂਦੀ ਹੈ।
ਭਾਈ ਦਇਆ ਸਿੰਘ ਨੇ ਜਿਹੜਾ ਜਨੇਊ ਪਾਇਆ ਸੀ, ਜਨੇਊ ਲਾ ਕੇ ਉਹ ਧਾਗੇ ਨੂੰ ਵੱਟ ਕੇ ਰੱਸੀ ਬਣਾ ਕੇ ਡੋਰੀ ਬਣਾ ਕੇ ਤੇ ਮਿਆਨ ਦੇ ਉੱਪਰ ਵਲ ਦਿੱਤੀ, ਵਲ ਕੇ ਤੇ ਉਹਨੂੰ ਕੱਸ ਕੇ ਬੰਨ੍ਹ ਦਿੱਤਾ ਵੀ ਹੁਣ ਕਿਰਪਾਨ ਨਾ ਵਿੱਚੋਂ ਨਿਕਲੇ। ਕਹਿਣ ਲੱਗੇ ਸੇਵਾ ਭਾਈ ਦਇਆ ਸਿੰਘ ਨੇ ਕੀਤੀ ਹੈ। ਸ੍ਰੀ ਕਲਗੀਧਰ ਪਾਵਨ ਕੀਨੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਉਹ ਜਿਹੜੀ ਸ੍ਰੀ ਸਾਹਿਬ ਹੈ, ਤੇਗ ਹੈ, ਉਹਨੂੰ ਉਹ ਡੋਰੀ ਬੰਨ੍ਹ ਦਿੱਤੀ ਹੈ। ਚਲ ਆਏ ਸਭ ਹੀ ਨਿਜ ਡੇਰੇ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਸਾਰੇ ਜਾਣੇ ਡੇਰੇ ਚੱਲ ਕੇ ਆ ਗਏ ਹਨ। ਸ੍ਰੀ ਗੁਰੂ ਮੰਦਰ ਚਰੇ ਉਚੇਰੇ। ਤੇ ਮਹਾਰਾਜ ਆਪਣੇ ਘਰ ਚਲੇ ਗਏ, ਆਪਣੇ ਮਹਿਲ ਦੇ ਵਿੱਚ ਪਾਤਸ਼ਾਹ ਪਹੁੰਚੇ ਹਨ। ਕਿਤਕ ਦੇਰ ਮੈਂ ਸਿੱਖ ਨਹਿਰਾ। ਇੰਨੇ ਚਿਰ ਨੂੰ ਸਿੱਖਾਂ ਨੇ ਕੀ ਵੇਖਿਆ, ਸਤਿਗੁਰੂ ਤੇ ਚਲੇ ਗਏ। ਜਾਣ ਤੋਂ ਮਗਰੋਂ ਜਿਹੜੇ ਬਾਕੀ ਸਿੱਖ ਸਨ ਉਹਨਾਂ ਨੇ ਇਸ ਤਰ੍ਹਾਂ ਵੇਖਿਆ ਹੈ। ਦਇਆ ਸਿੰਘ ਗਰ ਜੰਜੂ ਗੇਰਾ। ਉਹਨਾਂ ਨੇ ਵੇਖਿਆ ਵੀ ਇਹਦੇ ਗਲ ਵਿੱਚ ਜੰਜੂ ਨਹੀਂ ਹੈ। ਪਹਿਲਾਂ ਪਾਇਆ ਵੇਖਿਆ ਸਾਰਿਆਂ ਨੇ ਵੀ ਇਹ ਗਲ ਵਿੱਚ ਜਨੇਊ ਪਾਉਂਦੇ ਨੇ, ਪਰ ਅੱਜ ਉਹ ਜਨੇਊ ਗਲ ਵਿੱਚ ਨਹੀਂ ਹੈ। ਜਿਨ੍ਹਾਂ ਨੂੰ ਨਹੀਂ ਸੀ ਪਤਾ ਇਸ ਘਟਨਾ ਦਾ, ਉਹਨਾਂ ਨੇ ਵੇਖ ਕੇ ਫਿਰ ਉਸ ਵੇਲੇ ਸਮੁਦਾਇਨ ਮਿਲ ਪੂਜਨ ਕਰਿਓ। ਸਾਰਿਆਂ ਨੇ ਇਕੱਠੇ ਹੋ ਕੇ ਪੁੱਛਿਆ, ਸਾਰੇ ਇਕੱਠੇ ਹੋ ਗਏ ਸਿੱਖ ਮਹਾਰਾਜ ਦੇ। ਤੇ ਭਾਈ ਦਇਆ ਸਿੰਘ ਜੀ ਨੂੰ ਉਸ ਵੇਲੇ ਪੁੱਛਣ ਲੱਗ ਪਿਆ, ਕਹਿਣ ਲੱਗੇ ਵੀ ਸਾਡੇ ਮਨ ਵਿੱਚ ਇੱਕ ਸਵਾਲ ਆ ਗਿਆ, ਉਹ ਅਸੀਂ ਤੈਨੂੰ ਪੁੱਛਣਾ ਚਾਹੁੰਦੇ ਹਾਂ। ਕਿਉਂ ਨਾ ਜਨੇਊ ਤੁਮ ਘਰ ਧਰਿਓ। ਅੱਜ ਤੂੰ ਜਨੇਊ ਕਿਉਂ ਨਹੀਂ ਪਾਇਆ? ਜਦੋਂ ਦਾ ਤੂੰ ਇੱਥੇ ਗੁਰੂ ਘਰ ਦੇ ਵਿੱਚ ਰਹਿਣਾ, ਮਹਾਰਾਜ ਦੀ ਸੇਵਾ ਦੇ ਵਿੱਚ, ਜਨੇਊ ਤੂੰ ਉਦੋਂ ਦਾ ਪਾਇਆ ਹੋਇਆ, ਪਰ ਅੱਜ ਨਹੀਂ ਪਾਇਆ। ਜਨੇਊ ਲਾਇਆ ਹੋਇਆ, ਉਤਾਰਿਆ ਹੋਇਆ, ਅੱਜ ਤੇਰਾ ਜਨੇਊ ਕਿੱਥੇ ਹੈ? ਦਿਸਦਾ ਕਿਉਂ ਨਹੀਂ ਹੈ? ਪੁੱਛਿਆ ਹੈ। ਸੁਣਤ ਸਭ ਕੋ ਉਤਰ ਦਿਓ। ਉਸ ਵੇਲੇ ਸੁਣ ਕੇ ਨਾ ਭਾਈ ਦਇਆ ਸਿੰਘ ਨੇ ਬਚਨ ਤੇ ਫਿਰ ਸਾਰਿਆਂ ਨੂੰ ਉੱਤਰ ਕਹਿ ਕੇ ਸੁਣਾਇਆ, ਜਵਾਬ ਦਿੱਤਾ ਹੈ। ਸਤਿਗੁਰ ਕੋ ਸਮਰਪਣ ਕੀਓ। ਕਹਿਣ ਲੱਗਾ ਵੀ ਭਾਈ ਉਹ ਜਿਹੜਾ ਜਨੇਊ ਸੀ ਨਾ ਪਾਇਆ, ਮੈਂ ਡੋਰੀ ਪਾਈ, ਉਹ ਮੈਂ ਗੁਰੂ ਨੂੰ ਸਮਰਪਣ ਕਰ ਦਿੱਤੀ, ਗੁਰੂ ਨੂੰ ਭੇਟ ਕਰ ਦਿੱਤੀ। ਜਨੇਊ ਤੇ ਵਾਕਿਆ ਹੀ ਪਾਇਆ ਸੀ ਸੂਤ ਦਾ ਮੈਂ ਗਲ ਦੇ ਵਿੱਚ, ਪਰ ਲੋੜ ਪੈ ਗਈ ਸ੍ਰੀ ਸਾਹਿਬ ਨੂੰ ਡੋਰੇ ਦੀ, ਤੇ ਉਹ ਡੋਰਾ ਬਣਾਉਣ ਵਾਸਤੇ ਮੈਂ ਆਪਣਾ ਜਨੇਊ ਗੁਰੂ ਨੂੰ ਹੀ ਭੇਟ ਕਰ ਦਿੱਤਾ। ਵੀ ਹੁਣ ਜਨੇਊ ਦਾ ਕੀ ਕਰਨਾ ਹੈ, ਉਹ ਮੈਂ ਗੁਰੂ ਨੂੰ ਭੇਟਾ ਕੀਤਾ ਹੈ। ਅਜਰ ਅਮਰ ਅਬ ਸੋ ਹੋਏ ਗਏ। ਮੈਨੂੰ ਗੁਰੂ ਦੀ ਕਿਰਪਾ ਪ੍ਰਾਪਤ ਹੋ ਗਈ ਹੈ, ਹੁਣ ਤੇ ਮੈਂ ਅਮਰ ਹੋ ਗਿਆ ਨਾ, ਹੁਣ ਮੈਨੂੰ ਕੀ ਲੋੜ ਹੈ ਜਨੇਊ ਦੀ। ਵਿਦਵਾਨਾਂ ਦੇ ਬਚਨ ਨੇ, ਕਰਮੈ ਕਾਰਨ ਗਿਆਨ ਅਭਿਆਸ, ਕਰਮ ਭਇਆ ਤੋ ਗਿਆਨ ਭਇਆ ਤੋ ਕਰਮੈ ਨਾਸ। ਜਿੰਨਾ ਚਿਰ ਗਿਆਨ ਨਹੀਂ ਉਹਨਾਂ ਚਿਰ ਕਰਮ ਕਰਨਾ ਪੈਂਦਾ। ਜਦੋਂ ਗਿਆਨ ਹੋ ਜਾਵੇ ਨਾ, ਬ੍ਰਹਮ ਗਿਆਨ ਦੀ ਅਵਸਥਾ ਬਣ ਜਾਵੇ, ਫਿਰ ਕਰਮ ਕਰਨ ਦੀ ਲੋੜ ਨਹੀਂ ਰਹਿੰਦੀ, ਫਿਰ ਕਰਮ ਤੋਂ ਬੰਦਾ ਬਾਹਰੀ ਹੋ ਜਾਂਦਾ। ਮੰਨ ਲਓ ਅਸੀਂ ਬ੍ਰਹਮ ਗਿਆਨੀ ਨਹੀਂ ਆ, ਸਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਪਏਗਾ, ਨਿਤਨੇਮ ਕਰਨਾ ਪਵੇਗਾ, ਬਾਣੀ ਪੜ੍ਹਨੀ ਪਵੇਗੀ, ਸੇਵਾ ਕਰਨੀ ਪਵੇਗੀ, ਪੁੰਨ ਦਾਨ ਕਰਨਾ ਪਵੇਗਾ, ਇਹ ਸਾਰਾ ਕੁਝ ਹੀ ਅਸੀਂ ਕਰਾਂਗੇ। ਪਰ ਗੁਰਮੁਖੋ ਜਦੋਂ ਬ੍ਰਹਮ ਗਿਆਨ ਹੋ ਗਿਆ ਨਾ, ਫਿਰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਰਹਿ ਜਾਂਦੀ, ਭਾਵੇਂ ਕੋਈ ਕਰੇ ਤੇ ਭਾਵੇਂ ਕੋਈ ਨਾ ਕਰੇ। ਚੌਥੇ ਸੁਣੈ ਜੋ ਨਰ ਜਾਣੈ ਤਾਕੋ ਪਾਪ ਨਾ ਪੁੰਨਨ। ਮਹਾਰਾਜ ਦਾ ਬਚਨ ਹੈ, ਜਿਹੜਾ ਚੌਥੀ ਅਵਸਥਾ ਨੂੰ ਪ੍ਰਾਪਤ ਕਰ ਗਿਆ, ਜਿਹੜਾ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਗਿਆ, ਉਹਨੂੰ ਫਿਰ ਨਾ ਪਾਪ ਲੱਗਦਾ ਨਾ ਉਹਨੂੰ ਪੁੰਨ ਲੱਗਦਾ। ਉਹ ਪਾਪ ਪੁੰਨ ਤੋਂ ਪਰੇ ਹੋ ਜਾਂਦਾ, ਕਰਮਾਂ ਦੇ ਫਲ ਤੋਂ ਪਰੇ ਹੋ ਜਾਂਦਾ। ਅਸੀਂ ਕਰਮਾਂ ਦੇ ਫਲ ਵਿੱਚ ਬੈਠੇ ਆ, ਚੰਗਾ ਕਰਾਂਗੇ ਤੇ ਚੰਗਾ ਫਲ ਮਿਲੇਗਾ, ਮਾੜਾ ਕਰਾਂਗੇ ਮਾੜਾ ਮਿਲੇਗਾ। ਮਹਾਰਾਜ ਜੀ ਦਾ ਬਚਨ, ਲੋੜਾ ਦਾਖ ਬਜੌਰੀਆਂ ਕਿਕਰ ਬੀਜਾ ਜੱਟ ਹੰਦਾ, ਉਨ ਕਤਾਏ ਦਾ ਪੈਦਾ ਲੋੜਾ ਪੱਟ। ਜੇ ਅਸੀਂ ਕਿੱਕਰ ਬੀਜਿਆ, ਕੰਡੇ ਵਾਲਾ ਰੁੱਖ ਬੀਜਿਆ ਤੇ ਕੰਡਾ ਵਜੇਗਾ, ਫਲ ਵਾਲਾ ਰੁੱਖ ਬੀਜਿਆ ਤੇ ਫਲ ਖਾਵਾਂਗੇ, ਭਾਵ ਕਿ ਜਿਹੋ ਜਿਹਾ ਬੀਜਿਆ ਉਹੋ ਜਿਹਾ ਵੱਢਾਂਗੇ। ਪਰ ਗੁਰਮੁਖੋ ਇਹ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਅਸੀਂ ਅਲੇ ਅਵਸਥਾ 'ਚ ਪ੍ਰਾਪਤ ਨਹੀਂ ਹੋਇਆ। ਜੇ ਬ੍ਰਹਮ ਗਿਆਨੀ ਨਹੀਂ ਬਣੇ ਉਹਨਾਂ ਚਿਰ ਸਾਨੂੰ ਸਾਰੇ ਕਰਮ ਸੋਚ ਸਮਝ ਕੇ ਕਰਨੇ ਪੈਣਗੇ। ਬਾਣੀ ਪੜ੍ਹਨੀ ਪਵੇਗੀ, ਸਿਮਰਨ ਕਰਨਾ ਪਵੇਗਾ, ਗੁਰੂ ਦੀ ਮਰਿਆਦਾ ਵਿੱਚ ਰਹਿਣਾ ਪਵੇਗਾ, ਸਾਰੇ ਸ਼ੁਭ ਕਰਮ ਕਰਨੇ ਪੈਣਗੇ। ਪਰ ਜਦੋਂ ਬ੍ਰਹਮ ਗਿਆਨ ਹੋ ਗਿਆ ਫਿਰ ਕੁਝ ਕਰਨ ਦੀ ਲੋੜ ਨਹੀਂ ਪੈਣੀ, ਸੁਤੇ ਸਿੱਧ ਆਪਣੇ ਆਪ ਹੀ ਸਭ ਕੁਝ ਹੋਈ ਜਾਣਾ। ਫਿਰ ਕਿਸੇ ਕਰਮਾਂ ਦਾ ਕਿਸੇ ਦਾ ਲੇਖਾ ਨਹੀਂ ਕੋਈ ਰਹਿ ਜਾਣਾ, ਨਾ ਕੋਈ ਕਰਮ ਰਹਿਣਾ ਨਾ ਕੋਈ ਲੇਖਾ ਜੋਖਾ ਰਹਿਣਾ, ਸਾਰੇ ਮਿਟ ਜਾਂਦੇ। ਪਰ ਉਸ ਅਵਸਥਾ ਵਿੱਚ ਪਹੁੰਚਣ ਵਾਸਤੇ ਸਮਾਂ ਲੱਗੇਗਾ, ਉਹਦੇ ਵਾਸਤੇ ਬੰਦਗੀ ਹੋਵੇਗੀ। ਕਹਿਣ ਲੱਗੇ ਗਿਆਨ ਹੈ ਕਾਰਨ ਕਰਮ ਅਭਿਆਸ। ਵਿਦਵਾਨ ਨੇ ਲਿਖਿਆ ਵੀ ਗਿਆਨ ਪ੍ਰਾਪਤ ਕਰਨ ਵਾਸਤੇ ਕਰਮਾਂ ਨੂੰ ਕਰਨਾ ਪਵੇਗਾ। ਸ਼ੁਭ ਕਰਮਣ ਤੇ ਕਬਹੂ ਨਾ ਟਰੋ, ਕਰਨੇ ਪੈਣਗੇ ਸ਼ੁਭ ਕਰਮ।
ਗਿਆਨ ਭਇਆ ਤੋ ਕਰਮੈ ਨਾਸ਼। ਜਦੋਂ ਗਿਆਨ ਹੋ ਗਿਆ ਫਿਰ ਕਿਸੇ ਕਰਮ ਦੀ ਲੋੜ ਨਹੀਂ ਰਹਿ ਜਾਂਦੀ, ਕੋਈ ਲੇਖਾ ਰਹਿ ਹੀ ਨਹੀਂ ਜਾਵੇ। ਭਾਈ ਦਇਆ ਸਿੰਘ ਇੱਥੇ ਕਹਿ ਰਿਹਾ, ਕਹਿਣ ਲੱਗੇ ਵੀ ਉਹ ਜਨੇਊ ਪਹਿਲਾਂ ਤੇ ਲੋੜ ਸੀ, ਮੈਨੂੰ ਮੈਂ ਪਾਈ ਛੱਡਿਆ। ਅੱਜ ਗੁਰੂ ਦੀ ਕਿਰਪਾ ਹੋਈ ਹੈ, ਮੈਨੂੰ ਗਿਆਨ ਮਿਲਿਆ ਔਰ ਮੈਨੂੰ ਜਨੇਊ ਦੀ ਕੋਈ ਲੋੜ ਨਹੀਂ ਹੈ। ਮੈਂ ਤੇ ਜਨੇਊ ਤੋਂ ਬਿਨਾਂ ਹੀ ਮੁਕਤ ਹੋ ਗਿਆ, ਮੈਂ ਮੁਕਤੀ ਦੀ ਅਵਸਥਾ ਵਿੱਚ ਪਹੁੰਚ ਗਿਆ ਹਾਂ। ਜਿਸ ਤੇ ਕਾਜ ਗੁਰਨ ਕੋ ਭਇਓ। ਗੁਰੂ ਪਾਤਸ਼ਾਹ ਨੂੰ ਲੋੜ ਸੀ ਧਾਗੇ ਦੀ, ਡੋਰੀ ਦੀ, ਉਹ ਮੈਂ ਡੋਰੀ ਵੱਟ ਕੇ ਮਹਾਰਾਜ ਨੂੰ ਦਿੱਤੀ ਹੈ। ਸਿੱਖਾਂ ਸਮਝਾਵਨ ਕਰਿਓ। ਫਿਰ ਸਿੱਖਾਂ ਨੇ ਸਵਾਲ ਹੋਰ ਕੀਤੇ ਤੇ ਭਾਈ ਦਇਆ ਸਿੰਘ ਫਿਰ ਸਮਝਾਉਂਦੇ ਹਨ। ਭਲੋ ਭਇਓ ਗੁਰ ਕਾਰਜ ਸਰਿਓ। ਕਹਿਣ ਲੱਗੇ ਵੀ ਇਹ ਚੰਗਾ ਹੋ ਗਿਆ ਭਾਈ, ਜਿਹੜਾ ਗੁਰੂ ਦੇ ਕਾਰਜ ਵਾਸਤੇ ਮੈਂ ਇਹ ਸਾਰਾ ਕੁਝ ਕੀਤਾ ਹੈ। ਅਪਰ ਜਨੇਊ ਲੈ ਕਰ ਧਾਰੋ। ਜੇ ਲੋੜ ਪਈ ਤੇ ਕੋਈ ਨਹੀਂ, ਜਨੇਊ ਤੇ ਕਿਤੇ ਹੋਰ ਵੀ ਮਿਲ ਜਾਏਗਾ। ਜਨੇਊ ਸੂਤ ਦਾ ਧਾਗਾ ਤੇ ਕਿਤੇ ਵੀ ਮਿਲ ਜਾਏਗਾ, ਮੈਂ ਬਣਾ ਕੇ ਪਾ ਲੈਣਾ ਹੈ। ਧਰਮ ਆਪਨੋ ਹਿਤ ਕਰ ਪਾਰੋ। ਜਿਹੜਾ ਮੇਰਾ ਧਰਮ ਹੈ ਉਹਨੂੰ ਮੈਂ ਚੰਗੀ ਤਰ੍ਹਾਂ ਪਾਲਾਂਗਾ। ਕਹਿ ਬੋ ਰਹੇ ਨਹੀਂ ਤਿਨ ਮਾਨਿਓ। ਉਸ ਵੇਲੇ ਕਈਆਂ ਸਿੱਖਾਂ ਨੇ ਆਖਿਆ ਵੀ ਜੇ ਤੂੰ ਇੱਕ ਵਾਰੀ ਲਾ ਹੀ ਦਿੱਤਾ ਤੇ ਚੱਲ ਛੱਡ, ਹੁਣ ਦੁਬਾਰਾ ਕੀ ਪਾਉਣਾ, ਰਹਿਣ ਦੇ। ਪਰ ਉਹ ਕਹਿਣ ਲੱਗਾ ਵੀ ਨਹੀਂ, ਇਹ ਤੇ ਮਾਂ-ਬਾਪ ਨੇ ਪਾਇਆ, ਮੇਰੇ ਪਵਾਇਆ ਗਿਆ, ਇਹ ਤੇ ਉਹਨਾਂ ਦੀ ਨਿਸ਼ਾਨੀ ਹੈ, ਇਹ ਮੈਂ ਨਹੀਂ ਉਤਾਰਨਾ ਹੈ। ਚਾਹੇ ਸਿੱਖ ਗੁਰ ਸਾਥ ਵਖਾਨ। ਉਸ ਵੇਲੇ ਕਿਸੇ ਸਿੱਖ ਨੇ ਜਾ ਕੇ ਮਹਾਰਾਜ ਨੂੰ ਦੱਸ ਦਿੱਤਾ, ਮਹਾਰਾਜ ਤੁਸੀਂ ਅੰਮ੍ਰਿਤ ਛਕਾਉਂਦੇ ਹੋ, 5 ਕਕਾਰ ਪਵਾਉਂਦੇ ਹੋ, ਤੁਸੀਂ ਆਖਦੇ ਹੋ ਵੀ ਇਹ ਕਰਮਕਾਂਡ ਵਿੱਚ ਵਿਸ਼ਵਾਸ ਨਹੀਂ ਰੱਖਣਾ, ਤੇ ਤੁਹਾਡਾ ਇੱਕ ਸਿੱਖ ਜਿਹੜਾ ਤੁਹਾਡੇ ਬਿਲਕੁਲ ਖਾਸ ਨੇੜੇ ਹੈ ਉਹ ਜਨੇਊ ਪਾ ਕੇ ਬੈਠਾ। ਇੱਕ ਸਿੱਖ ਨੇ ਮਹਾਰਾਜ ਨੂੰ ਦੱਸ ਦਿੱਤਾ, ਸ੍ਰੀ ਪ੍ਰਭ ਦਇਆ ਸਿੰਘ ਨੇ ਮਨ। ਮਹਾਰਾਜ ਤੁਹਾਡਾ ਸਿੱਖ ਭਾਈ ਦਇਆ ਸਿੰਘ ਇਸ ਬਚਨ ਨੂੰ ਮੰਨਦਾ ਨਹੀਂ ਹੈ। ਨਹੀਂਓ ਆਪਣੋ ਮਤ ਕੋ ਠਾਨੈ। ਉਹ ਆਂਦਾ ਵੀ ਮੇਰਾ ਤੇ ਭਾਈ ਆਪਣੀ ਮਰਜ਼ੀ ਹੈ। ਜਿਵੇਂ ਅੱਜ ਕਈ ਸਿੱਖ ਕਹਿ ਦਿੰਦੇ ਨਾ ਮੇਰੀ ਮਰਜ਼ੀ ਹੈ, ਮੈਂ ਤੇ ਜੋ ਚਾਹਾਂ ਉਹ ਕਰਾਂਗਾ। ਤੁਹਾਡਾ ਸਿੱਖ ਵੀ ਇਹ ਗੱਲ ਕਹਿ ਰਿਹਾ ਵੀ ਮੈਂ ਗੁਰੂ ਵਾਲਾ ਵੀ ਹਾਂ, ਅੰਮ੍ਰਿਤ ਵੀ ਛਕਿਆ, ਪਰ ਮੈਂ ਜਨੇਊ ਵੀ ਪਾ ਕੇ ਹੀ ਰੱਖਾਂਗਾ, ਮੈਂ ਤੇ ਆਪਣਾ ਨਵਾਂ ਕੰਮ ਹੀ ਕਰਨਾ ਹੈ। ਇਹ ਤੁਹਾਡੇ ਸਿੱਖ ਦੀ ਵਿਚਾਰ ਹੈ। ਹਿਤ ਡੋਰੇ ਤੁਮਕੋ ਤਬਦੀਨੋ। ਮਹਾਰਾਜ ਤੁਹਾਨੂੰ ਡੋਰੀ ਦੀ ਲੋੜ ਸੀ ਤੇ ਉਸ ਵੇਲੇ ਉਹਨੇ ਆਪਣਾ ਜਨੇਊ ਲਾ ਕੇ ਦੇ ਦਿੱਤਾ ਹੈ। ਅਬ ਕਹੈ ਮੈਂ ਗੁਰ ਅਰਪਨ ਕੀਨੋ। ਹੁਣ ਕਹਿੰਦਾ ਵੀ ਉਹ ਜਨੇਊ ਮੈਂ ਗੁਰੂ ਨੂੰ ਭੇਟ ਕਰ ਦਿੱਤਾ ਹੈ। ਜਾਗਿਓ ਪਵੀਤ ਨ ਪਾਵਤ ਗਰਮੈ। ਮਹਾਰਾਜ ਹੁਣ ਉਹ ਜਿਹੜਾ ਜਨੇਊ ਹੈ ਉਸ ਨੂੰ ਗਲ ਵਿੱਚ ਪਹਿਨਣ ਵਾਸਤੇ ਕਹਿਓ ਨ ਮਾਨੈ ਕਿਆ ਤਿਸ ਉਰਮੈ। ਹੁਣ ਮੰਨਦਾ ਨਹੀਂ ਹੈ। ਅਸੀਂ ਆਖਿਆ ਵੀ ਨਾ ਪਾ, ਉਹ ਕਹਿੰਦਾ ਮੈਂ ਜ਼ਰੂਰ ਪਾਵਾਂਗਾ। ਮਹਾਰਾਜ ਸਾਡੀ ਗੱਲ ਨੂੰ ਮੰਨਦਾ ਨਹੀਂ ਹੈ। ਸਿੱਖਿਆ ਨ ਸੰਗ ਕਹਿਓ ਗੁਰ ਪੂਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਣੇ ਨਾ ਬਚਨ ਉਸ ਵੇਲੇ, ਸਿੱਖਾਂ ਨੇ ਆਖਿਆ ਵੀ ਤੁਹਾਡਾ ਸਿੱਖ ਜਨੇਊ ਪਾਉਣਾ ਚਾਹੁੰਦਾ, ਤੇ ਮਹਾਰਾਜ ਸੁਣ ਕੇ ਫਿਰ ਕਹਿਣ ਲੱਗੇ ਹਨ, ਪਹਿਰਾਵੋ ਤਿਸ ਜਾਏ ਜ਼ਰੂਰੇ। ਮਹਾਰਾਜ ਕਹਿੰਦੇ ਜਾਓ ਭਾਈ ਸਿੱਖੋ, ਉਹਨੂੰ ਛੁੱਟੀ ਦੇ ਦਿਓ। ਸਗੋਂ ਤੁਸੀਂ ਵੀ ਜਾ ਕੇ ਕਹੋ ਵੀ ਜੇ ਨਹੀਂ ਪਾਉਣਾ ਨਾ ਹੁਣੇ ਹੀ ਪਾ, ਸਾਡੇ ਸਾਹਮਣੇ ਹੀ ਪਾਲਾ, ਰੁਕਣਾ ਨਹੀਂ ਹੈ। ਜੇ ਮੰਨ ਲਓ ਵੀ ਉਹ ਸ਼ਾਮ ਨੂੰ ਪਾਉਣਾ ਚਾਹੁੰਦਾ ਨਾ, ਉਹਨੂੰ ਕਹੇ ਵੀ ਹੁਣੇ ਹੀ ਲੈ ਕੇ ਆ ਤੇ ਛੇਤੀ ਨਾਲ ਪਾ, ਦੇਰੀ ਕੋਈ ਨਹੀਂ ਕਰਨੀ ਹੈ। ਮਹਾਰਾਜ ਦੇ ਕੋਲ ਸਿੱਖ ਗਏ, ਤੁਹਾਡਾ ਸਿੱਖ ਜਨੇਊ ਪਾਉਣਾ ਚਾਹੁੰਦਾ, ਮਹਾਰਾਜ ਰੋਕੋ। ਸਤਿਗੁਰੂ ਕਹਿੰਦੇ ਰੋਕਣਾ ਨਹੀਂ, ਉਹਨੂੰ ਕਹੋ ਵੀ ਛੇਤੀ ਕਰ, ਦੇਰੀ ਨਾਲ ਜਨੇਊ ਨੂੰ ਪਾ ਲੈਣਾ ਕਰ। ਜਿਉਂ ਕਿਉਂ ਕਰਨੀ ਕੇ ਸਮਝਾਵੋ। ਮਹਾਰਾਜ ਕਹਿਣ ਲੱਗੇ ਉਹਨੂੰ ਸਮਝਾਓ ਚੰਗੇ ਤਰੀਕੇ ਨਾਲ ਵੀ ਨਹੀਂ ਜਨੇਊ ਜ਼ਰੂਰ ਹੀ ਪਾਉਣਾ ਹੈ। ਆਪਣੀ ਦਿਸ ਤੇ ਭੈਦ ਖਰਾਵੋ। ਤੇ ਜੇ ਨਹੀਂ ਨਾ ਮੰਨਦਾ ਤੇ ਸਾਰੇ ਜਣੇ ਇਕੱਠੇ ਹੋ ਕੇ ਡਰਾਓ ਉਹਨੂੰ ਵੀ ਜੇ ਜਨੇਊ ਨਾ ਪਾਇਆ ਤੇ ਤੈਨੂੰ ਮਿਲ ਕੇ ਅਸੀਂ ਸਾਰੇ ਜਣੇ ਤੇਰੀ ਸੇਵਾ ਕਰਾਂਗੇ। ਥੋੜਾ ਡਰਾ ਕੇ ਉਹਦੇ ਪਾਓ, ਜ਼ਰੂਰ ਬਾਰ ਜ਼ਰੂਰ ਪਾਓ। ਜੇ ਉਹ ਪਾਉਣਾ ਚਾਹੁੰਦਾ ਹੈ ਨਾ ਜਨੇਊ ਤੇ ਉਹਦੇ ਗਲ ਵਿੱਚ ਪਾਉਣਾ ਕਰੋ। ਸਿੱਖ ਜਾਏ ਪੁਨ ਬਹੁਤ ਸਮਝਾਇਓ। ਸਿੱਖਾਂ ਨੇ ਜਾ ਕੇ ਸਮਝਾਇਆ। ਉਸ ਵੇਲੇ ਆਖਦੇ ਹਨ, ਐਸੇ ਕਰੇ ਆਪਨ ਮਨ ਭਾਇਓ। ਕਹਿਣ ਲੱਗੇ ਤੂੰ ਆਪਣੇ ਮਨ ਭਾਉ ਦੀ ਗੱਲ ਕਿਉਂ ਕਰਦਾ ਹੈ? ਹਮ ਸਭ ਕਹੈ ਮਾਨ ਬਚਲੀ। ਅਸੀਂ ਸਾਰਿਆਂ ਨੇ ਆਖਿਆ ਸਾਡਾ ਬਚਨ ਮੰਨ ਲੈਣਾ ਕਰ। ਜਗ ਉਪਬੀਤ ਪਾਵਨੋ ਕੀਜੈ। ਤੇ ਤੂੰ ਇਹ ਜਨੇਊ ਪਾ ਹੀ ਲਾ। ਤੂੰ ਆਖਦਾ ਨਾ ਮੈਂ ਪਾਉਣਾ, ਹੁਣ ਅਸੀਂ ਸਾਰੇ ਤੇਰੇ ਨਾਲ ਆ। ਅਸੀਂ ਵੀ ਤੈਨੂੰ ਇਹ ਗੱਲ ਕਹਿੰਦੇ ਆ ਵੀ ਪਾ ਹੀ ਲਾ, ਫਿਰ ਜੇ ਪਾਉਣਾ ਹੈ। ਸਾਡਾ ਕਿਹਾ ਹੋਇਆ ਬਚਨ ਮੰਨਦਾ ਕਿਉਂ ਨਹੀਂ ਹੈ? ਦਇਆ ਸਿੰਘ ਮਾਨੈ ਨਾ ਬਖਾਨਾ। ਉਸ ਵੇਲੇ ਦਇਆ ਸਿੰਘ ਮੰਨਦਾ ਨਹੀਂ, ਕਹਿਣ ਲੱਗਾ ਵੀ ਹੁਣ ਪਾਉਣਾ ਨਹੀਂ ਹੈ। ਪਹਿਲਾਂ ਆਖਦਾ ਵੀ ਪਾਉਣਾ, ਸਿੱਖ ਆਖਦੇ ਵੀ ਨਾ ਪਾ। ਹੁਣ ਸਿੱਖ ਕਹਿੰਦੇ ਪਏ ਵੀ ਪਾਲਾ। ਉਹਨੂੰ ਪਤਾ ਲੱਗ ਗਿਆ ਵੀ ਇਹ ਜਿਹੜਾ ਪਾਲਾ ਮੈਨੂੰ ਕਹਿੰਦੇ ਪਏ ਨੇ, ਮੇਰਾ ਪਾਲਾ ਚੰਗੀ ਤਰ੍ਹਾਂ ਹੀ ਲਾਉਣਗੇ ਉਹ। ਇਹਨਾਂ ਨੇ ਮੇਰੇ ਨਾਲ ਹੁਣ ਕੋਈ ਨਾ ਕੋਈ ਇਹੋ ਜਿਹੀ ਇਹਨਾਂ ਨੇ ਮੁਰੰਮਤ ਹੋ ਸਕਦਾ ਹੈ ਕਰ ਹੀ ਦੇਣ। ਕਹਿਣ ਲੱਗਾ ਵੀ ਮੈਂ ਨਹੀਂ ਪਾਉਣਾ, ਮੇਰਾ ਹੁਣ ਵਿਚਾਰ ਬਦਲ ਗਿਆ। ਜਿੰਨੇ ਪਾਉਣਾ ਉਹ ਕਹਿੰਦਾ ਹੁਣ ਨਹੀਂ ਪਾਉਣਾ। ਜਿਹੜੇ ਪਹਿਲਾਂ ਕਹਿੰਦੇ ਸੀ ਨਾ ਪਾ, ਉਹ ਹੁਣ ਕਹਿੰਦੇ ਪਾ, ਸਾਡੇ ਸਾਹਮਣੇ ਹੀ ਪਾ। ਮਹਾਰਾਜ ਨੇ ਆਖਿਆ ਹੁਣ ਤੈਨੂੰ ਪਵਾ ਕੇ ਹੀ ਛੱਡਾਂਗੇ।
ਇੱਕ ਦੂਜੇ ਨਾਲ ਐਸਾ ਬਚਨ ਕਰਦੇ ਹਨ। ਸੁਨੋ ਸਿੱਖ ਤੁਮ ਸਭ ਸੁਰ ਗਿਆਨ। ਉਸ ਵੇਲੇ ਭਾਈ ਦਇਆ ਸਿੰਘ ਕਹਿਣ ਲੱਗੇ ਵੀ ਐ ਸਿੱਖੋ ਤੁਸੀਂ ਸਾਰੇ ਬੜੇ ਸਿਆਣੇ ਵਿਦਵਾਨ ਹੋ। ਮਨ ਤਨ ਤੇ ਮੈਂ ਅਰਪਣ ਠਾਨਾ। ਮੈਂ ਆਪਣਾ ਮਨ ਤੇ ਤਨ ਗੁਰੂ ਨੂੰ ਅਰਪਣ ਕਰ ਦਿੱਤਾ। ਔਰ ਮੈਨੂੰ ਪਤਾ ਲੱਗ ਗਿਆ ਵੀ ਇਹ ਜਨੇਊ ਨਹੀਂ ਪਾਉਣਾ ਚਾਹੀਦਾ ਹੈ। ਸ੍ਰੀ ਜਿਰੀ ਗੁਰ ਕਲਗੀ ਧਰ ਬਿਦ ਮਾਨਾ। ਸਤਿਗੁਰੂ ਪਾਤਸ਼ਾਹ ਨੂੰ ਮੈਂ ਪ੍ਰਗਟ ਆਪਣਾ ਗੁਰੂ ਮੰਨਿਆ ਹੈ, ਇਸ ਕਰਕੇ ਹੁਣ ਜਨੇਊ ਦੀ ਲੋੜ ਨਹੀਂ ਹੈ। ਸੁਨ ਸਿੱਖਨ ਗੁਰ ਸੋ ਪੁਨ ਕਹੇ। ਉਸ ਵੇਲੇ ਸਿੱਖਾਂ ਨੇ ਜਾ ਕੇ ਫਿਰ ਗੁਰੂ ਨੂੰ ਦੱਸਿਆ, ਮਹਾਰਾਜ ਪਹਿਲਾਂ ਉਹ ਜਨੇਊ ਪਾਉਂਦਾ ਸੀ, ਅਸੀਂ ਆਖਿਆ ਵੀ ਨਾ ਪਾ, ਕਹਿੰਦਾ ਜ਼ਰੂਰ ਪਾਵਾਂਗਾ। ਫਿਰ ਤੁਸੀਂ ਆਖਿਆ ਵੀ ਜਾਓ ਉਹਨੂੰ ਆਖੋ ਵੀ ਜਨੇਊ ਪਾ ਲਵੇ, ਤੇ ਮਹਾਰਾਜ ਹੁਣ ਅਸੀਂ ਆਖਿਆ ਜਨੇਊ ਪਾ, ਤੇ ਹੁਣ ਅੱਗੋਂ ਕਹਿੰਦਾ ਮੈਂ ਨਹੀਂ ਪਾਉਣਾ। ਜਿਹੜੀ ਗੱਲ ਨੂੰ ਅਸੀਂ ਕਹਿੰਦੇ ਆ ਉਹ ਕਰਦਾ ਨਹੀਂ, ਦੂਜੇ ਪਾਸੇ ਨੂੰ ਚੱਲਦਾ ਪਿਆ। ਸਿੱਖਾਂ ਨੇ ਜਾ ਕੇ ਮਹਾਰਾਜ ਨੂੰ ਦੱਸ ਦਿੱਤਾ ਹੈ। ਮਾਨੈ ਨਹਿ ਨਾ ਕਰਹਿ ਨਿਜ ਕਹਿਓ। ਮਹਾਰਾਜ ਉਹ ਸਾਡੀ ਗੱਲ ਮੰਨਦਾ ਨਹੀਂ, ਆਪਣੀ ਮਰਜ਼ੀ ਕਰਦਾ। ਪਹਿਲਾਂ ਕਹਿੰਦਾ ਜਨੇਊ ਪਾਉਂਦਾ, ਅਸੀਂ ਕਿਹਾ ਵੀ ਨਾ ਪਾ, ਕਹਿੰਦਾ ਮੈਂ ਤੇ ਪਾਵਾਂਗਾ। ਹੁਣ ਅਸੀਂ ਕਿਹਾ ਵੀ ਜਨੇਊ ਨਾ ਪਾ, ਕਹਿੰਦਾ ਪਾਵਾਂਗਾ। ਜਿਹੜੀ ਗੱਲ ਅਸੀਂ ਕਹਿੰਦੇ ਉਹ ਮੰਨਦਾ ਨਹੀਂ, ਦੂਜੇ ਪਾਸੇ ਨੂੰ ਜਾਂਦਾ ਹੈ। ਸੁਨ ਕਰ ਕਲਗੀ ਧਰਮ ਮੁਸਕਾਨੇ। ਸਤਿਗੁਰੂ ਸੁਣ ਕੇ ਤੇ ਹੱਸ ਪਏ। ਜਦੋਂ ਸਿੱਖ ਨੇ ਜਾ ਕੇ ਦੱਸਿਆ ਨਾ ਮਹਾਰਾਜ ਹੁਣ ਅਸੀਂ ਆਖਿਆ ਪਾਲਾ ਤੇ ਉਹ ਪਾਉਂਦਾ ਨਹੀਂ, ਇਹ ਬਚਨ ਸੁਣ ਕੇ ਤੇ ਮਹਾਰਾਜ ਉਸ ਵੇਲੇ ਹੱਸ ਪਏ ਹਨ। ਤਿਨ ਸਿੱਖਨ ਸੋਮਬਾਕ ਬਖਾਨੇ। ਮਹਾਰਾਜ ਸਾਹਿਬ ਜੀ ਉਸ ਵੇਲੇ ਸਿੱਖਾਂ ਨੂੰ ਕਹਿਣ ਲੱਗੇ, ਮੋਹਿ ਨਿਕਟ ਆਨਿਓ ਅਬਜਾਏ। ਸਤਿਗੁਰੂ ਪਾਤਸ਼ਾਹ ਕਹਿੰਦੇ ਚਲੋ ਜੇ ਨਹੀਂ ਨਾ ਪਾਉਂਦਾ ਤੁਹਾਡੇ ਕਹਿਣ ਤੇ, ਜਾਓ ਫਿਰ ਬੁਲਾ ਕੇ ਲਿਆਓ, ਸਾਡੇ ਕੋਲ ਲਿਆਓ ਭਾਈ ਦਇਆ ਸਿੰਘ ਨੂੰ। ਫਿਰ ਅਸੀਂ ਬਚਨ ਕਰਦੇ ਹਾਂ। ਦਇਆ ਸਿੰਘ ਕੋ ਦੇਂ ਸਮਝਾਏ। ਅਸੀਂ ਦਇਆ ਸਿੰਘ ਨੂੰ ਸਮਝਾਉਂਦੇ ਹਾਂ ਵੀ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਹੈ। ਕਿਉਂ ਨਹਿ ਪੈਰਤ ਤਿਸ ਤੇ ਸੁਨੈ। ਅਸੀਂ ਸੁਣਦੇ ਹਾਂ ਵੀ ਉਹ ਪਾਉਣਾ ਕਿਉਂ ਨਹੀਂ ਚਾਹੁੰਦਾ, ਜਨੇਊ ਕਿਉਂ ਨਹੀਂ ਪਾਉਣਾ ਚਾਹੁੰਦਾ, ਉਹਦਾ ਕਾਰਨ ਕੀ ਉਹ ਅਸੀਂ ਆਪ ਸੁਣਨਾ ਚਾਹੁੰਦੇ ਹਾਂ। ਕੌਣ ਗਿਆਨ ਕੋ ਮਨ ਮਹਿ ਗੁਨੈ। ਕਿਹੜਾ ਉਹਦੇ ਮਨ ਵਿੱਚ ਇਹੋ ਜਿਹਾ ਝਾਟੀ ਗਿਆਨ ਆ ਗਿਆ, ਪਹਿਲਾਂ ਆਖਦਾ ਜਨੇਊ ਪਾਉਣਾ, ਹੁਣ ਆਖਦਾ ਮੈਂ ਨਹੀਂ ਪਾਉਣਾ। ਅਸੀਂ ਵੀ ਤੇ ਪੁੱਛੀਏ ਨਾ ਵੀ ਏਡੀ ਛੇਤੀ ਗਿਆਨ ਆਇਆ ਤੇ ਆਇਆ ਕਿੱਥੋਂ ਹੈ। ਜਾਓ ਬੁਲਾ ਕੇ ਲਿਆਓ ਸਾਡੇ ਕੋਲ, ਅਸੀਂ ਉਹਦੇ ਨਾਲ ਆਪ ਗੱਲ ਕਰਾਂਗੇ। ਗਏ ਸੁ ਤਤ ਸਿੰਜਾਏ ਉਚਾਰਿਓ। ਜਿਹੜੇ ਸਿੱਖ ਸਨ ਉਹ ਛੇਤੀ ਨਾਲ ਦੌੜ ਕੇ ਗਏ ਜਿੱਥੇ ਭਾਈ ਦਇਆ ਸਿੰਘ ਬੈਠੇ ਸਨ। ਜਾ ਕੇ ਦੱਸਿਆ ਵੀ ਭਾਈ ਦਇਆ ਸਿੰਘ ਜੀ ਤੁਹਾਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਯਾਦ ਕਰਦੇ ਹਨ। ਉੱਠ ਕਰ ਗਮਨੋ ਗੁਰੂ ਹਕਾਰਿਓ। ਤੇ ਗੁਰੂ ਪਾਤਸ਼ਾਹ ਨੇ ਬੁਲਾਇਆ ਤੇ ਛੇਤੀ ਨਾਲ ਸਾਡੇ ਨਾਲ ਚੱਲੋ ਤੇ ਮਹਾਰਾਜ ਦੀ ਜਾ ਕੇ ਹਾਜ਼ਰੀ ਦੇਣਾ ਕਰੋ। ਸ਼੍ਰੀ ਮੁਖ ਕਰੈ ਭਲੇ ਫੁਰਮਾਵਨ। ਸਤਿਗੁਰੂ ਤੇਰੇ ਨਾਲ ਬਚਨ ਬਲਾਸ ਕਰਨਾ ਚਾਹੁੰਦੇ ਨੇ, ਗੱਲਬਾਤ ਕਰਨੀ ਚਾਹੁੰਦੇ ਤੇ ਤਾਂ ਤੈਨੂੰ ਆਪਣੇ ਕੋਲ ਬੁਲਾਉਂਦੇ ਹਨ। ਤਬਹਿ ਜਨੇਊ ਪਾਵਨ। ਤੇ ਫਿਰ ਇਹ ਜਿਹੜਾ ਤੇਰਾ ਪਵਿੱਤਰ ਜਨੇਊ ਹੈ ਨਾ ਉਦੋਂ ਪਾ ਲਵੀਂ। ਹੁਣ ਸਾਡਾ ਬਚਨ ਤੇ ਮੰਨਿਆ ਨਹੀਂ ਤੇ ਗੁਰੂ ਪਾਤਸ਼ਾਹ ਤੈਨੂੰ ਆਪ ਬੁਲਾਉਣਾ ਚਾਹੁੰਦੇ ਨੇ। ਸੁੰਤ ਦਇਆ ਸਿੰਘ ਉੱਠ ਭਾਗ ਖਰੋ। ਉਸ ਵੇਲੇ ਭਾਈ ਦਇਆ ਸਿੰਘ ਨੇ ਸੁਣੇ ਨਾ ਬਚਨ ਵੀ ਸਤਿਗੁਰਾਂ ਨੇ ਮੈਨੂੰ ਬੁਲਾਇਆ ਤੇ ਉੱਠ ਕੇ ਖੜੇ ਹੋ ਗਏ ਹਨ। ਜਾਏ ਪਾਏ ਪੰਕਜ ਮੈਂ ਪਰੋ। ਜਾ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੀਆਂ ਦੇ ਪਵਿੱਤਰ ਚਰਨਾਂ ਕਮਲਾਂ ਦੇ ਉੱਪਰ ਮੱਥਾ ਟੇਕਿਆ ਹੈ। ਸਤਿਗੁਰ ਗਿਆਨੀ ਮੁਖੋ ਬਖਾਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਵੇਲੇ ਆਪਣੇ ਮੁਖੋਂ ਫਿਰ ਬਚਨ ਕਰਦੇ ਹਨ। ਸਿੱਖਿਆ ਨਬਾਨੀ ਕਿਉਂ ਨਹਿ ਮਾਨੀ। ਮਹਾਰਾਜ ਕਹਿਣ ਲੱਗੇ ਭਾਈ ਦਇਆ ਸਿੰਘ ਇਹ ਦੱਸ ਵੀ ਸਿੱਖਾਂ ਦੀ ਗੱਲ ਤੂੰ ਮੰਨਦਾ ਕਿਉਂ ਨਹੀਂ। ਪਹਿਲਾਂ ਤੂੰ ਆਖਿਆ ਜਨੇਊ ਪਾਉਣਾ, ਸਿੱਖਾਂ ਨੇ ਆਖਿਆ ਨਾ ਪਾ, ਤੂੰ ਉਦੋਂ ਵੀ ਸਿੱਖਾਂ ਦਾ ਬਚਨ ਨਹੀਂ ਮੰਨਿਆ। ਦੂਜੀ ਵਾਰੀ ਸਿੱਖਾਂ ਨੇ ਆਖਿਆ ਵੀ ਚੱਲ ਜਨੇਊ ਪਾਲਾ ਤੇ ਤੂੰ ਆਖਿਆ ਵੀ ਹੁਣ ਮੈਂ ਪਾਉਣਾ ਨਹੀਂ। ਦੂਜੀ ਵਾਰੀ ਫਿਰ ਨਹੀਂ ਬਚਨ ਮੰਨਿਆ। ਪਹਿਲੀ ਵਾਰੀ ਨਾ ਬਚਨ ਪਾਉਣ ਵਾਸਤੇ ਤੇ ਦੂਜੀ ਵਾਰੀ ਪਾਉਣ ਵਾਸਤੇ ਬਚਨ ਹੋਏ ਤੇਰੇ ਨਾਲ 2 ਵਾਰ, ਤੇ 2 ਵਾਰੀ ਤੂੰ ਬਚਨ ਮੋੜੇ ਸਾਡੇ ਸਿੱਖਾਂ ਦੇ, ਮੰਨੇ ਕਿਉਂ ਨਹੀਂ ਬਚਨ, ਉਹ ਸਾਨੂੰ ਇੱਥੇ ਦੱਸਣਾ ਕਰ। ਕਿਉਂ ਨਾ ਰੁਚੈ ਐਸੀ ਬਿਦ ਤੇਰੇ। ਅਤੇ ਤੇਰੇ ਮਨ ਵਿੱਚ ਹੁਣ ਕਿਹੜੀ ਐਸੀ ਨਵੀਂ ਰੁਚੀ ਪੈਦਾ ਹੋ ਗਈ ਹੈ, ਕੋਈ ਨਵਾਂ ਖਿਆਲ ਨਵਾਂ ਵਿਚਾਰ ਬਣਿਆ ਹੈ। ਰਹਿਓ ਸਦਾ ਜਿਉ ਧਾਰ ਅਗੇਰੇ। ਜਿਵੇਂ ਪਹਿਲਾਂ ਤੂੰ ਜਨੇਊ ਪਾ ਛੱਡਿਆ ਹੈ, ਜਿੰਨੀ ਉਮਰਾਂ ਬਤੀਤ ਹੋ ਗਈ ਹੈ, ਹੁਣ ਵੀ ਉਸੇ ਜਨੇਊ ਨੂੰ ਪਾ ਕੇ ਰਹਿਣਾ ਕਰ। ਦਇਆ ਸਿੰਘ ਘਰ ਜੋਰ ਉਚਾਰੈ। ਭਾਈ ਦਇਆ ਸਿੰਘ ਨੇ ਉਸ ਵੇਲੇ ਨਾ ਹੱਥ ਜੋੜੇ ਤੇ ਬਚਨ ਕੀਤੇ, ਕਹਿਣ ਲੱਗਾ ਮਹਾਰਾਜ ਠੀਕ ਹੈ, ਜਦੋਂ ਛੋਟਾ ਸੀ ਮਾਂ-ਬਾਪ ਨੇ ਗਲ ਜਨੇਊ ਪਵਾ ਦਿੱਤਾ ਤੇ ਮੈਨੂੰ ਸਮਝਾਇਆ ਵੀ ਪੁੱਤਰਾ ਇਹ ਜਨੇਊ ਧਾਰਮਿਕ ਨਿਸ਼ਾਨੀ ਹੈ, ਇਹਨੂੰ ਕਦੇ ਲਾਉਣਾ ਨਹੀਂ, ਉਤਾਰਨਾ ਨਹੀਂ। ਤੇ ਮਹਾਰਾਜ ਮੈਂ ਉਹ ਜਨੇਊ ਆਪਣੇ ਗਲ ਵਿੱਚ ਪਾਇਆ ਹੈ। ਸ੍ਰੀ ਸਤਿਗੁਰੂ ਜੀ ਬਾਕ ਤੁਮਾਰਾ। ਪਰ ਮਹਾਰਾਜ ਹੁਣ ਜਦੋਂ ਮੈਂ ਤੁਹਾਡੇ ਕੋਲ ਆ ਗਿਆ ਇੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੁਹਾਡਾ ਹੀ ਬਚਨ ਹੈ ਨਾ ਗੁਰਬਾਣੀ ਵਿੱਚ। ਮਹਾਰਾਜ ਮੈਂ ਕੀ ਕਰਾਂ, ਪਹਿਲਾਂ ਮਾਂ-ਬਾਪ ਦਾ ਬਚਨ ਸੀ ਵੀ ਜਨੇਊ ਉਤਾਰਨਾ ਨਹੀਂ, ਮੈਂ ਉਤਾਰਿਆ ਨਹੀਂ। ਜਦੋਂ ਤੁਹਾਡੇ ਕੋਲ ਆ ਗਿਆ ਤੇ ਤੁਹਾਡਾ ਬਚਨ ਹੈ ਗੁਰਬਾਣੀ ਦੇ ਵਿੱਚ, ਤੇ ਮੈਂ ਜਦੋਂ ਉਹ ਪੜ੍ਹਦਾ ਹਾਂ ਤੇ ਫਿਰ ਉਸ ਵੇਲੇ ਆਸਾ ਵਾਰ ਮਝਾਰ ਸੁਨਾਵਨ। ਮਹਾਰਾਜ
ਤੁਸੀਂ ਆਪ ਹੀ ਤੇ ਸਵੇਰੇ ਆਸਾ ਦੀ ਵਾਰ ਦਾ ਸਾਨੂੰ ਆਖਦੇ ਹੋ ਵੀ ਨਿਤਨੇਮ ਕਰੋ ਸਿੱਖੋ। ਅਸੀਂ ਆਸਾ ਦੀ ਵਾਰ ਦਾ ਨਿਤਨੇਮ ਕਰਦੇ ਹਾਂ ਤੇ ਆਸਾ ਦੀ ਵਾਰ ਦੇ ਵਿੱਚ ਤੁਸੀਂ ਆਪ ਤੇ ਬਚਨ ਲਿਖੇ ਨੇ। ਪਹਿਲੇ ਸਰੂਪ ਦੇ ਵਿੱਚ ਇਹ ਬਚਨ ਆਖੇ ਹਨ, ਜਾਗਿਓ ਪਵੀਤ ਕਰੇ ਜਿਮ ਪਾਵਨ। ਮਹਾਰਾਜ ਤੁਸੀਂ ਆਪ ਲਿਖਿਆ ਵੀ ਜਿਹੜਾ ਇਹ ਜੰਝੂ ਹੈ ਕਿਸ ਤਰੀਕੇ ਦੇ ਨਾਲ ਪੁਨੀਤ ਪਵਿੱਤਰ ਹੈ। ਸੋ ਮੈਂ ਲਖਰ ਅਰਪਣ ਕਰਿਓ। ਮਹਾਰਾਜ ਮੈਂ ਬਾਣੀ ਪੜ੍ਹਦਿਆਂ ਮੇਰੇ ਮਨ ਵਿੱਚ ਵਿਚਾਰ ਆਇਆ ਵੀ ਇਹ ਜਨੇਊ ਤੇ ਧਾਗਾ ਮੈਂ ਗਲ ਵਿੱਚ ਪਾਈ ਫਿਰਦਾ, ਪਰ ਗੁਰੂ ਨਾਨਕ ਦੇ ਪਾਤਸ਼ਾਹ ਨੇ ਜਨੇਊ ਕੋਈ ਹੋਰ ਹੀ ਆਖਿਆ। ਜਦੋਂ ਮੈਨੂੰ ਇਹ ਸੋਝੀ ਮਿਲੀ ਤੇ ਉਹ ਧਾਗਾ ਉਤਾਰ ਕੇ ਜਨੇਊ ਦਾ ਤੇ ਉਹ ਮੈਂ ਤੁਹਾਨੂੰ ਭੇਟ ਕਰ ਦਿੱਤਾ, ਡੋਰੀ ਬਣਾ ਕੇ ਤੁਹਾਡੀ ਕਿਰਪਾਨ ਨੂੰ ਪਾ ਦਿੱਤੀ ਹੈ। ਰਾਵਰ ਕਰੁਣਾ ਤੇ ਸੋ ਧਰਿਓ। ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਇਹ ਗਿਆਨ ਜਿਹੜਾ ਸਮਝ ਪ੍ਰਾਪਤ ਹੋਈ ਹੈ। ਸ਼੍ਰੀ ਮੁਖਵਾਕ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ। ਗੁਰੂ ਨਾਨਕ ਦੇ ਪਾਤਸ਼ਾਹ ਦੇ ਮੁਖਾਰ ਬਿੰਦ ਦੇ ਗੁਰਮੁਖੋਂ ਬਚਨ ਹੈ, ਗੁਰੂ ਨਾਨਕ ਸਾਹਿਬ ਦੇ ਮੁਖੋਂ ਨਿਕਲੇ ਬਚਨ ਹੈ ਆਸਾ ਦੀ ਵਾਰ ਦੇ ਵਿੱਚ। ਮਹਾਰਾਜ ਜਦੋਂ ਥੋੜੀ ਜੀ ਹੋਸ਼ ਸੰਭਾਲੀ ਨਾ ਗੁਰੂ ਨਾਨਕ ਦੇ ਪਾਤਸ਼ਾਹ ਨੇ, ਤੇ ਸਤਿਗੁਰਾਂ ਦੇ ਪਿਤਾ ਦਾ ਨਾਮ ਕਲਿਆਣ ਚੰਦ ਮਹਿਤਾ ਜੀ ਹੈ। ਵੇਖਿਆ ਵੀ ਹੁਣ ਪੁੱਤਰ ਥੋੜੀ ਸੋਝੀ ਰੱਖਣ ਲੱਗ ਪਿਆ, ਇਹਨੂੰ ਧਰਮ ਦੇ ਵਿੱਚ ਲਿਆਉਣਾ ਚਾਹੀਦਾ। ਤੇ ਉਸ ਵੇਲੇ ਪੰਡਤ ਹਰਦਿਆਲ ਨੂੰ ਬੁਲਾਇਆ ਗਿਆ। ਰਿਸ਼ਤੇਦਾਰ, ਜਿਵੇਂ ਅੱਜ ਆਪਾਂ ਕੋਈ ਬੱਚਾ ਥੋੜਾ ਵੱਡਾ ਹੋਵੇ ਉਹਨੂੰ ਪੱਗ ਬੰਨਣੀ ਹੋਵੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕਰਮ ਕਰਨਾ, ਵੀ 4 ਰਿਸ਼ਤੇਦਾਰ ਇਕੱਠੇ ਕਰਦੇ ਆ ਵੀ ਰਿਸ਼ਤੇਦਾਰਾਂ ਦੇ ਵਿੱਚ ਇਹ ਖੁਸ਼ੀ ਮਨਾਈਏ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਪਿਤਾ ਨੇ ਰਿਸ਼ਤੇਦਾਰ ਵੀ ਬੁਲਾ ਲਿਆ, ਪੰਡਤ ਹਰਦਿਆਲ ਵੀ ਬੁਲਾ ਲਿਆ। ਤੇ ਹੁਣ ਰਿਸ਼ਤੇਦਾਰਾਂ ਵਿੱਚ ਕਈ ਖਾਣ ਪੀਣ ਵਾਲੇ ਸਨ, ਉਹਨਾਂ ਦਾ ਵੱਖਰਾ ਪ੍ਰਬੰਧ ਕੀਤਾ ਵੀ ਮੀਟ ਮੱਛੀ ਵੀ ਬਣੇਗੀ, ਸਾਰਾ ਕੁਝ ਕੀਤਾ ਗਿਆ। ਤੇ ਜਦੋਂ ਜਨੇਊ ਪਾਉਣ ਦਾ ਸਮਾਂ ਆਇਆ ਤੇ ਮਹਾਰਾਜ ਨੂੰ ਬਿਠਾਇਆ ਚੌਂਕੀ ਦੇ ਉੱਪਰ, ਤੇ ਹਰਦਿਆਲ ਪੰਡਤ ਆ ਗਿਆ ਤੇ ਉਹਨੇ ਜਨੇਊ ਵਟਿਆ, ਗੰਢਾਂ ਪਾਈਆਂ, ਕੁਝ ਮੰਤਰ ਪੜ੍ਹੇ ਤੇ ਜਨੇਊ ਤਿਆਰ ਕਰਕੇ ਜਦੋਂ ਪਾਉਣ ਲੱਗਾ ਤੇ ਮਹਾਰਾਜ ਨੇ ਨਾ ਕੀਤੀ। ਕਹਿਣ ਲੱਗੇ ਜਨੇਊ ਪਾਵਾਂਗੇ ਜ਼ਰੂਰ, ਪਹਿਲਾਂ ਦੱਸੋ ਵੀ ਇਹਦਾ ਮਤਲਬ ਕੀ ਹੈ ਜਨੇਊ ਦਾ, ਇਹ ਕਿਉਂ ਪਾਈਦਾ, ਇਹਦਾ ਲਾਭ ਕੀ, ਇਹਦਾ ਘਾਟਾ ਕੀ ਹੈ। ਤੇ ਉਸ ਵੇਲੇ ਪੰਡਤ ਨੇ ਆਪਣੀ ਵਿਦਿਆ ਦੇ ਮੁਤਾਬਕ ਦੱਸਿਆ। ਕਹਿਣ ਲੱਗੇ ਵੀ ਇਹਦਾ ਇਹ ਲਾਭ ਹੈ, ਇਹਦਾ ਇਹ ਫਾਇਦਾ ਹੈ, ਇਹਦੇ ਵਿੱਚ ਪੁੱਤਰ ਧਰਮ ਦੇ ਵਿੱਚ ਆ ਜਾਈਦਾ, ਬੰਦਾ ਧਰਮੀ ਬਣ ਜਾਂਦਾ ਹੈ, ਧਰਮ ਦੀ ਨਿਸ਼ਾਨੀ ਹੈ। ਤੇਰੇ ਵੱਡੇ ਭਾਗ ਨੇ, ਤੂੰ ਖੱਤਰੀ ਖਾਨਦਾਨ ਵਿੱਚ ਪੈਦਾ ਹੋਇਆ। ਇਹ ਜਨੇਊ ਕੇਵਲ ਖੱਤਰੀ ਤੇ ਬ੍ਰਾਹਮਣ ਵਾਸਤੇ ਹੀ ਹੈ, ਤੀਜਾ ਬੰਦਾ ਕੋਈ ਨਹੀਂ ਪਾ ਸਕਦਾ। ਇਹਦੇ ਨਾਲ ਪਾਪ ਦੇ ਦੋਸ਼ ਤੋਂ ਬੰਦਾ ਮੁਕਤ ਹੋ ਜਾਂਦਾ ਹੈ, ਇਹਦੇ ਨਾਲ ਮੁਕਤੀ ਮਿਲ ਜਾਂਦੀ ਹੈ। ਤੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਫਿਰ ਉੱਤੇ ਬਚਨ ਕੀਤੇ। ਕਹਿਣ ਲੱਗੇ ਪੰਡਤ ਜੀ, ਜੇ ਮੈਂ ਜਨੇਊ ਪਾ ਕੇ ਤੇ ਪਾਪ ਹੀ ਕਰੀ ਜਾਵਾਂ, ਸਾਰੀ ਉਮਰ ਚੰਗਾ ਕਰਮ ਕਰਾਂ ਹੀ ਨਾ, ਦੁਕਾਨ ਤੇ ਬੈਠਾ ਉੱਥੇ ਝੂਠੀਆਂ ਸੋਹਾਂ ਖਾਵਾਂ, ਜੇ ਮੈਂ ਕੋਈ ਹੋਰ ਕਾਰੋਬਾਰ ਕਰਾਂ ਤੇ ਉੱਥੇ ਵੀ ਝੂਠ ਹੀ ਬੋਲਾਂ, ਪਾਪ ਹੀ ਕਰਾਂ, ਤੇ ਕੀ ਮੈਨੂੰ ਇਹ ਜਨੇਊ ਬਚਾ ਦੇਵੇਗਾ ਜਮਾਂ ਦੀ ਮਾਰ ਤੋਂ ਜਾਂ ਮੈਨੂੰ ਨਰਕਾਂ ਤੋਂ? ਤੇ ਪੰਡਤ ਕਹਿਣ ਲੱਗਾ ਵੀ ਨਹੀਂ, ਬਚਾ ਤੇ ਨਹੀਂ ਸਕਦਾ। ਕਹਿਣ ਲੱਗੇ ਜੇ ਮੈਂ ਸ਼ੁਭ ਕਰਮ ਕਰਾਂ, ਚੰਗੇ ਕਰਮ ਕਰਾਂ, ਭਲਾ ਸੋਚਾਂ ਤੇ ਫਿਰ ਮੇਰਾ ਭਲਾ ਹੋਵੇਗਾ। ਇਹ ਜਿਹੜਾ ਜਨੇਊ ਤੂੰ ਪਾਉਣ ਲੱਗਾ ਇਹਨੇ ਮੈਲਾ ਵੀ ਹੋ ਜਾਣਾ, 4 ਦਿਨ ਮੇਰੇ ਸਰੀਰ ਨੂੰ ਪਸੀਨਾ ਆਵੇਗਾ ਤੇ ਧਾਗਾ ਗੰਦਾ ਹੋ ਜਾਣਾ, ਇਹਨੇ ਟੁੱਟ ਵੀ ਜਾਣਾ, ਮੈਲਾ ਵੀ ਹੋ ਜਾਣਾ, ਇਹ ਤੇ ਬੜਾ ਕੁਝ ਇਹਦੇ ਨਾਲ ਵੀ ਨਹੀਂ ਜਾਏਗਾ। ਜਦੋਂ ਬੰਦੇ ਦਾ ਸੰਸਕਾਰ ਕੀਤਾ ਜਾਂਦਾ ਧਾਗਾ ਵੀ ਇੱਥੇ ਹੀ ਸੜ ਜਾਣਾ, ਨਾਲ ਕੁਝ ਨਹੀਂ ਜਾਣਾ। ਜਦੋਂ ਐਸੇ ਬਚਨ ਮਹਾਰਾਜ ਨੇ ਆਖੇ ਤੇ ਉਹ ਪੰਡਤ ਹਰਦਿਆਲ ਨੂੰ ਗੁਰਮੁਖੋਂ ਪਹਿਲਾਂ ਹੀ ਸ਼ਰਧਾ ਸੀ ਮਹਾਰਾਜ ਦੇ ਉੱਪਰ। ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ, ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਦਾ ਅਵਤਾਰ ਹੋਇਆ ਨਾ, ਉਸ ਵੇਲੇ ਬਾਬਾ ਕਲਿਆਣ ਚੰਦ ਜੀ ਮਹਿਤਾ ਜੀ ਨੇ ਉਸੇ ਵੇਲੇ ਇੱਕ ਵਿਅਕਤੀ ਭੇਜਿਆ ਵੀ ਜਾਓ ਜਾ ਕੇ ਪੰਡਤ ਨੂੰ ਬੁਲਾ ਕੇ ਲਿਆਓ, ਪੁੱਤਰ ਘਰ ਵਿੱਚ ਪੈਦਾ ਹੋਇਆ, ਇਹਦੀ ਪੱਤਰੀ ਬਣਵਾਈਏ, ਇਹਦਾ ਨਾਮ ਰਖਾਈਏ। ਜਦੋਂ ਜਾ ਕੇ ਨੌਕਰ ਨੇ ਆਵਾਜ਼ ਦਿੱਤੀ ਨਾ ਵੀ ਬਾਬਾ ਕਲਿਆਣ ਜੀ ਮਹਿਤਾ ਜੀ ਦੇ ਘਰ ਵਿੱਚ ਪੁੱਤਰ ਅੱਜ ਇਸ ਵੇਲੇ ਪੈਦਾ ਹੋਇਆ, ਤੋ ਹਰਦਿਆਲ ਪੰਡਤ ਹੈਰਾਨ ਹੋ ਗਿਆ ਉਸ ਵੇਲੇ ਬਚਨ ਸੁਣ ਕੇ। ਕਹਿਣ ਲੱਗਾ ਵੀ ਇਸ ਵੇਲੇ ਜੇ ਕੋਈ ਪੁੱਤਰ ਬਾਲਕ ਕੋਈ ਸੰਸਾਰ ਵਿੱਚ ਆਇਆ ਤੇ ਇਹ ਕੋਈ ਆਮ ਨਹੀਂ ਹੋਵੇਗਾ, ਇਹ ਤੇ ਕੋਈ ਹਰੀਹਰ ਦਾ ਅਵਤਾਰ ਹੀ ਹੋ ਸਕਦਾ, ਜਾਂ ਕੋਈ ਰਾਜਾ ਪੈਦਾ ਹੋਇਆ। ਇਸ ਵੇਲੇ ਆਮ ਬੱਚੇ ਦਾ ਜਨਮ ਨਹੀਂ ਹੋ ਸਕਦਾ, ਜਿਹੜਾ ਲਗਨ ਗੁਰੂ ਨਾਨਕ ਦੇ ਪਾਤਸ਼ਾਹ ਦੇ ਦੁਨੀਆ ਤੇ ਆਉਣ ਤੇ ਲੱਗਾ। ਛੇਤੀ ਨਾਲ ਆਪਣੇ ਘਰੋਂ ਤੁਰਿਆ ਅਤੇ ਉਸ ਵੇਲੇ ਪੁੱਛਿਆ ਸਾਰਾ ਸਮਾਂ ਕਿਹੜਾ ਸਮਾਂ ਸੀ ਜਦੋਂ ਇਹਨਾਂ ਦਾ ਅਵਤਾਰ ਹੋਇਆ। ਉਸ ਵੇਲੇ ਬਾਬਾ ਕਲਿਆਣ ਚੰਦ ਜੀ ਨੇ ਫਿਰ ਦਾਈ ਨੂੰ ਬੁਲਾਇਆ। ਦਾਈ ਨੇ ਆ ਕੇ ਦੱਸਿਆ ਜੀ ਇਸ ਤਰ੍ਹਾਂ ਮੈਂ ਉਸ ਵੇਲੇ ਕੋਲ ਜਦੋਂ ਇਹਨਾਂ ਦਾ ਜਨਮ ਹੋਇਆ। ਹੁਣ ਪੰਡਤ ਗੁਰਮੁਖੋ ਵਿਦਵਾਨ ਸੀ, ਉਹ ਸਮਝ ਗਿਆ ਵੀ ਇਹ ਕੋਈ ਆਮ ਨਹੀਂ ਹੈ। ਉਹਨੇ ਫਿਰ ਇਹ ਗੱਲ ਕਹੀ, ਕਹਿਣ ਲੱਗਾ ਵੀ ਮੋਟੀ ਮੋਟੀ ਗੱਲ ਨਾ ਦੱਸੋ, ਮੈਨੂੰ ਬਰੀਕੀ ਦੇ ਨਾਲ ਦੱਸੋ ਵੀ ਹੋਇਆ ਕੀ ਹੈ। ਤੇ ਫਿਰ ਜਿਹੜੀ ਦਾਈ ਸੀ ਨਾ ਉਸ ਵੇਲੇ ਉਹਨੇ ਫਿਰ ਦੱਸਿਆ,
ਕਹਿਣ ਲੱਗੀ ਵੀ ਜਦੋਂ ਇਹ ਜਨਮ ਲਿਆ ਨਾ, ਦੁਨੀਆ ਤੇ ਆਏ, ਕਮਰੇ ਦੇ ਵਿੱਚ ਦੀਵਾ ਜਗਦਾ ਪਿਆ ਸੀ, ਦੀਵੇ ਦਾ ਪ੍ਰਕਾਸ਼ ਤੇ ਬਿਲਕੁਲ ਖਤਮ ਹੀ ਹੋ ਗਿਆ ਤੇ ਕਮਰੇ ਦੇ ਵਿੱਚ ਬੜਾ ਨੂਰ, ਇੱਕੇ ਵਾਰੀ ਬੜਾ ਹੀ ਪ੍ਰਕਾਸ਼ ਹੋਇਆ। ਹੁਣ ਉਹ ਵਿਦਵਾਨ ਬੰਦਾ ਉਹ ਸਮਝਦਾ ਸੀ ਵੀ ਮੇਰੀ ਵਿਦਿਆ ਝੂਠੀ ਨਹੀਂ ਹੋ ਸਕਦੀ, ਵਿਦਿਆ ਮੇਰੀ ਇਹ ਗੱਲ ਕਹਿੰਦੀ ਹੈ ਵੀ ਇਹ ਕੋਈ ਆਮ ਨਹੀਂ, ਇਹ ਕੋਈ ਅਵਤਾਰ ਹੀ ਆਇਆ ਦੁਨੀਆ ਤੇ। ਜਦੋਂ ਪਹਿਲੀ ਗੱਲ ਇਹ ਸੁਣੀ ਵੀ ਜਦੋਂ ਇਹ ਕਮਰੇ ਦੇ ਵਿੱਚ ਇਹਦਾ ਜਨਮ ਹੋਇਆ ਤੇ ਕਮਰੇ ਵਿੱਚ ਇੰਨਾ ਪ੍ਰਕਾਸ਼ ਹੋਇਆ ਜਿਵੇਂ ਕਈ ਸੂਰਜ ਚੜ ਗਏ ਹੋਣ, ਤੇ ਉਸਨੇ ਆਖਿਆ ਵੀ ਇਹਦੇ ਤੋਂ ਦੂਜਾ ਲੱਛਣ ਹੋਰ ਕੀ ਹੈ? ਤੇ ਦਾਈ ਨੇ ਦੂਜੀ ਗੱਲ ਆਖੀ ਵੀ ਜਿੰਨੇ ਬਾਲਕ ਜਨਮ ਲੈਂਦੇ ਉਹ ਰੋਂਦੇ ਨੇ ਦੁਨੀਆ ਤੇ ਆ ਕੇ ਜਨਮ ਲੈਂਦੇ ਆ, ਜਾਂ ਹੋ ਸਕਦਾ ਕਈ ਪੀੜਾ ਨਾ ਸਹਾਰਦਿਆਂ ਬੇਹੋਸ਼ ਹੋ ਜਾਣ, ਉਹ ਰੋਏ ਵੀ ਨਾ ਹੋਣ, ਪਰ ਇਸ ਤਰ੍ਹਾਂ ਦਾ ਬਾਲਕ ਕੋਈ ਨਹੀਂ ਪੈਦਾ ਹੋਇਆ ਜਿਹੜਾ ਜਨਮ ਲੈ ਕੇ ਹੱਸ ਪਵੇ। ਇਹਨਾਂ ਦਾ ਜਦੋਂ ਜਨਮ ਹੋਇਆ ਹੈ ਇਹ ਉਦੋਂ ਹੀ ਆਪਣੇ ਮੁਖ ਤੋਂ ਬੜਾ ਗੰਭੀਰ ਹਾਸਾ ਹੱਸੇ ਨੇ। ਮੈਂ ਵੇਖ ਕੇ ਹੈਰਾਨ ਹੋ ਗਈ, ਇਹ ਕੈਸਾ ਬਾਲਕ ਹੈ ਜਿਹੜਾ ਜਨਮ ਲੈਂਦਿਆਂ ਨਾਲ ਹੀ ਹੱਸ ਪਿਆ। ਪੰਡਤ ਹਰਦਿਆਲ ਨੇ ਪੁੱਛਿਆ ਕੋਈ ਹੋਰ ਵੀ ਨਿਸ਼ਾਨੀ ਹੈ ਤੇ ਉਹ ਵੀ ਦੱਸ ਦਿਓ। ਦਾਈ ਨੇ ਤੀਸਰੀ ਨਿਸ਼ਾਨੀ ਇਹ ਦੱਸੀ ਹੈ, ਮੇਰੇ ਸਰੀਰ ਵਿੱਚ ਪੀੜਾਂ ਰਹਿੰਦੀਆਂ, ਮੇਰਾ ਸਰੀਰ ਠੀਕ ਨਹੀਂ ਰਹਿੰਦਾ, ਦਰਦਾਂ ਰਹਿੰਦੀਆਂ ਹਰ ਵੇਲੇ। ਜਦੋਂ ਮੈਂ ਇਸ ਬਾਲਕ ਨੂੰ ਤੱਕਿਆ, ਇਹਨੂੰ ਆਪਣੀ ਗੋਦੀ ਵਿੱਚ ਚੱਕਿਆ, ਮੇਰੀਆਂ ਸਾਰੀਆਂ ਪੀੜਾਂ ਤੇ ਦਰਦਾਂ ਦੁੱਖ ਜਿਹੜੇ ਉਸੇ ਵੇਲੇ ਖਤਮ ਹੋ ਗਏ, ਮੈਨੂੰ ਪੀੜਾਂ ਦਰਦਾਂ ਤੋਂ ਛੁਟਕਾਰਾ ਮਿਲ ਗਿਆ। ਤੇ ਪੰਡਤ ਪੁੱਛਦਾ ਪਿਆ ਵੀ ਹੋਰ ਵੀ ਕੋਈ ਨਿਸ਼ਾਨੀ ਹੈ ਇਸ ਬੱਚੇ ਦੇ ਜਨਮ ਵੇਲੇ ਦੀ? ਤੇ ਦਾਈ ਨੇ ਇੱਕ ਬਚਨ ਹੋਰ ਕੀਤਾ, ਕਹਿਣ ਲੱਗੀ ਇਹ ਜਨਮ ਲੈਂਦਿਆਂ ਕੋਈ ਆਪਣੇ ਮੁਖੋਂ ਬੋਲਿਆ ਹੈ, ਇਹਨੇ ਕੋਈ ਸ਼ਬਦ ਆਖਿਆ ਮੁਖੋਂ ਆਪਣੇ ਬੋਲ ਕੇ, ਪਰ ਮੈਨੂੰ ਇਹ ਯਾਦ ਨਹੀਂ ਵੀ ਇਹਨੇ ਕਿਹਾ ਕੀ ਹੈ, ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਦਿੰਨੀ ਆ ਇਹ ਬਾਲਕ ਜਨਮ ਲੈਂਦਿਆਂ ਹੀ ਆਪਣੇ ਮੁਖ ਤੋਂ ਕੋਈ ਬਚਨ ਬੋਲਿਆ ਹੈ ਜਿਹੜਾ ਮੈਂ ਯਾਦ ਨਹੀਂ ਰੱਖ ਸਕਦਾ। ਤੇ ਗੁਰਮੁਖੋਂ ਬਚਨ ਆਉਂਦਾ ਸਤਿਗੁਰਾਂ ਦੇ ਇਤਿਹਾਸ ਵਿੱਚ ਔਰ ਗੁਰਬਾਣੀ ਦੇ ਵਿੱਚ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ, ਸਹਿਜ ਸੁਭਾਏ। ਜਦੋਂ ਧਰਤੀ ਦੇ ਪਾਪ ਦਾ ਭਾਰ ਵਧਿਆ ਨਾ, ਤੇ ਧਰਤੀ ਨੇ ਰੱਬ ਦੇ ਅੱਗੇ ਫਰਿਆਦ ਕੀਤੀ ਵੀ ਆ ਪ੍ਰਮਾਤਮਾ ਮੇਰੇ ਪਾਪ ਨੂੰ ਭਾਰ ਨੂੰ ਘਟਾ, ਮੇਰੇ ਕੋਲੋਂ ਹੁਣ ਪਾਪਾਂ ਦਾ ਭਾਰ ਚੁੱਕਿਆ ਨਹੀਂ ਜਾਂਦਾ। ਉਸ ਵੇਲੇ ਪ੍ਰਮਾਤਮਾ ਨੇ ਆਖਿਆ ਸੀ ਧਰਤੀ ਫਿਕਰ ਨਾ ਕਰ, ਅਸੀਂ ਖੁਦ ਆ ਕੇ ਅਵਤਾਰ ਲਵਾਂਗੇ, ਨਾਮ ਜਪਾਵਾਂਗੇ, ਤੇਰੇ ਭਾਰ ਨੂੰ ਪਾਪ ਨੂੰ ਦੂਰ ਕਰਾਂਗੇ। ਤੇ ਗੁਰਮੁਖੋ ਇਹ ਬਚਨ ਫਿਰ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਜਨਮ ਲੈਂਦਿਆਂ ਹੀ ਮਹਾਰਾਜ ਨੇ ਆਪਣੇ ਮੁਖੋਂ ਆਖਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਬਚਨ ਮੁਖੋਂ ਕਹਿ, ਕਿਉਂਕਿ ਧਰਤੀ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਨਾਮ ਜਪਾਵਾਂਗੇ, ਤੇਰੇ ਪਾਪ ਦੇ ਭਾਰ ਨੂੰ ਦੂਰ ਕਰਾਂਗੇ। ਉਹ ਬਚਨ ਮਹਾਰਾਜ ਇੱਥੇ ਪੂਰਾ ਕਰ ਦਿੱਤਾ। ਇਤਿਹਾਸ ਦੀ ਸਾਖੀ ਤਾਂ ਸੁਣਾਈ ਹੈ ਕਿ ਪੰਡਤ ਹਰਦਿਆਲ ਨੂੰ ਜਨਮ ਲੈਂਦਿਆਂ ਹੀ ਮਹਾਰਾਜ ਦੇ ਉੱਪਰ ਸ਼ਰਧਾ ਬਣ ਗਈ ਸੀ ਵੀ ਇਹ ਕੋਈ ਆਮ ਨਹੀਂ, ਜਿਹੜੀਆਂ ਨਿਸ਼ਾਨੀਆਂ ਦਸੀਆਂ ਵਾਕਿਆ ਹੀ ਅਵਤਾਰ ਨੇ। ਤੇ ਫਿਰ ਪੰਡਤ ਨੇ ਆਪਣੇ ਮਨੋਂ ਅਰਦਾਸ ਕੀਤੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ, ਮਹਾਰਾਜ ਤੁਹਾਡਾ ਹਾਲੇ ਜਨਮ ਹੋਇਆ, ਮੈਂ ਸਰੀਰ ਕਰਕੇ ਬੁੱਢਾ ਹੋ ਗਿਆ ਹਾਂ, ਪਰ ਮੇਰੇ ਤੇ ਇੰਨੀ ਕੁ ਕਿਰਪਾ ਜ਼ਰੂਰ ਕਰਿਓ, ਮੇਰਾ ਉਹਨਾਂ ਚਿਰ ਇਹ ਸਰੀਰ ਛੁੱਟੇ ਨਾ ਜਿੰਨਾ ਚਿਰ ਮੈਂ ਤੁਹਾਡੇ ਮੁਖ ਤੋਂ ਉਪਦੇਸ਼ ਨਹੀਂ ਸੁਣ ਲੈਂਦਾ, ਉਹਨਾਂ ਚਿਰ ਮੇਰਾ ਸਰੀਰ ਦੁਨੀਆ ਤੇ ਰਵੇ। ਇਹ ਮੇਰੀ ਤੁਹਾਡੇ ਅੱਗੇ ਬੇਨਤੀ ਹੈ, ਜਦੋਂ ਤੁਸੀਂ ਬੋਲਣ ਜੋਗੇ ਹੋ ਜਾਓਗੇ ਉਦੋਂ ਮੈਂ ਤੁਹਾਡੇ ਕੋਲੋਂ ਉਪਦੇਸ਼ ਲੈ ਕੇ ਆਪਣੇ ਆਪ ਨੂੰ ਸਫਲਾ ਕਰਾਂਗਾ ਤੇ ਮੇਰਾ ਜਨਮ ਸਫਲਾ ਹੋ ਜਾਏਗਾ। ਇਹ ਅੰਦਰੋਂ ਹੀ ਅੰਦਰੋਂ ਨੇ ਬੇਨਤੀ ਕੀਤੀ। ਤੇ ਗੁਰਮੁਖੋ ਅੱਜ ਉਹ ਸਮਾਂ ਬਣ ਗਿਆ ਜਦੋਂ ਪਿਤਾ ਜੀ ਨੇ ਆਖਿਆ ਨਾ ਪੰਡਤ ਹਰਦਿਆਲ ਨੂੰ ਬੁਲਾ ਕੇ ਲਿਆਓ, ਜਨੇਊ ਪਾਈਏ। ਤੇ ਸਤਿਗੁਰਾਂ ਨੇ ਆਖਿਆ ਵੀ ਇਹ ਜਨੇਊ ਨਹੀਂ ਅਸੀਂ ਪਾਉਣਾ ਹੈ, ਤੇ ਮੈਲਾ ਹੋ ਜਾਏਗਾ, ਟੁੱਟ ਜਾਏਗਾ, ਸੜ ਜਾਏਗਾ, ਇਹਦਾ ਕੋਈ ਲਾਭ ਨਹੀਂ ਹੈ। ਤੇ ਸ਼ਰਧਾ ਤੇ ਉਹਨੂੰ ਪਹਿਲਾਂ ਹੀ ਸੀ ਗੁਰੂ ਪਾਤਸ਼ਾਹ ਦੇ ਉੱਪਰ। ਫਿਰ ਉਹਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗਾ ਜੀ ਤੁਸੀਂ ਦੱਸੋ ਜਨੇਊ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੇ ਕਿਵੇਂ ਪਾਉਣਾ ਚਾਹੀਦਾ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਫਿਰ ਆਸਾ ਰਾਗ ਦੇ ਵਿੱਚ ਇਹ ਜਿਹੜਾ ਸ਼ਬਦ ਆਪਾਂ ਸਰਵਣ ਕਰਨ ਜਾ ਰਹੇ ਹਾਂ, ਸ੍ਰੀ ਆਸਾ ਜੀ ਦੀ ਵਾਰਦਾ ਉਹ ਇੱਥੇ ਬਖਸ਼ਦੇ ਹਨ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਪਾਹ ਕਿਹੜੀ ਲੈਣੀ ਹੈ? ਦਇਆ ਰੂਪੀ ਕਪਾਹ ਲੈਣੀ। ਕੱਲਾ ਜਨੇਊ ਗਲ ਵਿੱਚ ਪਾ ਲਿਆ ਤੇ ਜੀਵਾਂ ਦੀ ਹੱਤਿਆ ਕਰਦਾ ਪਿਆ, ਫਿਰ ਜਨੇਊ ਪਾਉਣ ਦਾ ਲਾਭ ਕੋਈ ਨਹੀਂ ਹੈ। ਜਨੇਊ ਨੂੰ ਬਣਾਉਣ ਵਾਸਤੇ ਧਾਗਾ ਚਾਹੀਦਾ ਤੇ ਧਾਗੇ ਵਾਸਤੇ ਚਾਹੀਦਾ ਹੈ ਰੂਹ, ਤੇ ਰੂਹ ਹੀ ਮਿਲੇਗੀ ਆਪਾਂ ਨੂੰ ਕਪਾਹ ਤੋਂ ਜਾ ਕੇ। ਮਹਾਰਾਜ ਕਹਿਣ ਲੱਗੇ ਮੁੱਢ ਕਪਾਹ ਤੋਂ ਹੀ ਸ਼ੁਰੂ ਹੋਣਾ ਹੈ, ਇਸ ਕਰਕੇ ਸਾਰਿਆਂ ਤੋਂ ਪਹਿਲਾਂ ਤੇਰੇ ਮਨ ਵਿੱਚ ਦਇਆ ਹੋਵੇ।
68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਪ੍ਰਵਾਨ। ਜੀਵਾਂ ਦੇ ਉੱਪਰ ਦਇਆ ਕਰਨੀ, ਇਹ ਦਇਆ ਕਰਨੀ, ਇਹ ਕਪਾਹ ਲੈ ਲਓ। ਕਹਿਣ ਲੱਗਾ ਠੀਕ ਮਹਾਰਾਜ, ਦਇਆ ਦੀ ਕਪਾਹ ਲੈ ਲਈ, ਅੱਗੇ ਬਚਨ ਕਰੋ। ਮਹਾਰਾਜ ਕਹਿਣ ਲੱਗੇ ਸੰਤੋਖ ਸੂਤ, ਜਿਹੜਾ ਧਾਗੇ ਨੂੰ ਵੱਟ ਦੇਣਾ ਨਾ, ਸੂਤਰ ਬਣਾਉਣਾ, ਇਹ ਧਾਗਾ ਕੀ ਹੈ? ਸੰਤੋਖ ਦਾ ਲੈਣਾ। ਇਹ ਨਹੀਂ ਵੀ ਸਾਰੀ ਉਮਰ ਖਾਈ ਜਾਓ ਇਕੱਠਾ ਕਰੀ ਜਾਓ, ਮਨ ਰੱਜੇ ਹੀ ਕਦੇ ਨਾ। ਤੇ ਆਖੇ ਵੀ ਮੈਂ ਗਲ ਵਿੱਚ ਜਨੇਊ ਪਾਇਆ, ਤੇਰੇ ਜਨੇਊ ਪਾਉਣ ਦਾ ਕੀ ਫਾਇਦਾ ਜੇ ਤੇਰੇ ਮਨ ਵਿੱਚ ਸੰਤੋਖ ਨਾ ਆਇਆ? ਇਹ ਧਾਗਾ ਪਾਉਣਾ ਸੰਤੋਖ ਦਾ। ਮਹਾਰਾਜ ਕਹਿਣ ਲੱਗੇ ਸੰਤੋਖ ਸੂਤ, ਸੰਤੋਖ ਦਾ ਪਾਲਾ ਧਾਗਾ। ਜਤ ਗੰਢੀ, ਜਿਹੜੀਆਂ ਗੰਢਾਂ ਦੇਣੀਆਂ ਇਹ ਜਤ ਦੀਆਂ ਦੇਣੀਆਂ। ਕੱਲਾ ਧਾਗੇ ਨੂੰ ਗੰਢ ਦੇ ਕੇ ਗਲ ਵਿੱਚ ਪਾਏਗਾ, ਲਾਭ ਕੋਈ ਨਹੀਂ ਹੋਣਾ। ਗੰਢ ਇਹ ਦੇ ਵੀ ਜਤ ਸਤ ਰੱਖਣਾ ਹੈ, ਕੁਕਰਮ ਨਹੀਂ ਕਰਨਾ, ਮਾੜਾ ਕਰਮ ਨਹੀਂ ਕਰਨਾ, ਮਾੜੇ ਕਰਮ ਤੋਂ ਬਚਣਾ ਹੈ। ਇਹ ਇਸ ਵਿੱਚ ਗੰਢਾਂ ਪਾਉਣੀਆਂ। ਤੇ ਪਾਤਸ਼ਾਹ ਕਹਿਣ ਲੱਗੇ ਜਤ ਗੰਢੀ ਸਤ ਵਟ, ਜਿਹੜਾ ਸੱਚ ਬੋਲਣਾ ਜਾਂ ਜਿਹੜਾ ਸੱਚਾ ਨਾਮ ਜਪਣਾ, ਇਹ ਵਟ ਦੇਣਾ ਹੈ ਧਾਗੇ। ਇਸ ਤਰ੍ਹਾਂ ਦਾ ਜਨੇਊ ਬਣਾ, ਜੇ ਬਣਾਉਣਾ ਚਾਹਣਾ, ਐਸੇ ਜਨੇਊ ਦਾ ਲਾਭ ਹੈ। ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ। ਮਹਾਰਾਜ ਕਹਿਣ ਲੱਗੇ ਆ ਪਾਂਡੇ ਪੰਡਤ ਹਰਦਿਆਲ, ਜੇ ਤੇਰੇ ਕੋਲ ਇਸ ਤਰ੍ਹਾਂ ਦਾ ਜਨੇਊ ਹੈ, ਦਇਆ ਵਾਲਾ, ਇਸੇ ਤਰ੍ਹਾਂ ਸੰਤੋਖ ਵਾਲਾ, ਇਸੇ ਤਰ੍ਹਾਂ ਜਤ ਵਾਲਾ ਤੇ ਸਤ ਵਾਲਾ, ਜੇ ਤੇ ਇਸ ਤਰ੍ਹਾਂ ਦਾ ਜਨੇਊ ਹੈ ਹਈ ਤਾਂ ਪਾਂਡੇ ਘਤ, ਘਤ ਤੋਂ ਭਾਵ ਹੁੰਦਾ ਪਾ ਦੇ। ਜੇ ਪਾਂਡਿਆ ਤੇਰੇ ਕੋਲ ਇਹੋ ਜਿਹਾ ਜਨੇਊ ਹੈ, ਅਸੀਂ ਪਵਾਉਣ ਵਾਸਤੇ ਤਿਆਰ ਹਾਂ, ਸਾਡੇ ਪਾ ਦੇ, ਅਸੀਂ ਉਹ ਪਵਾ ਲਵਾਂਗੇ, ਪਰ ਇਹ ਨਹੀਂ ਪਵਾਵਾਂਗੇ ਤੇਰਾ ਧਾਗੇ ਵਾਲਾ, ਜਿਹੜਾ ਅਸੀਂ ਆਖਿਆ ਦਇਆ ਵਾਲਾ ਸੰਤੋਖ ਵਾਲਾ, ਇਹ ਅਸੀਂ ਪਵਾਉਣ ਵਾਸਤੇ ਤਿਆਰ ਹਾਂ। ਜੇ ਕੋਲ ਹੈ ਤੇ ਫਿਰ ਸਾਡੇ ਪਾ ਦੇਣਾ ਕਰ। ਨਾ ਇਹ ਟੁੱਟੈ ਨਾ ਮਨ ਲੱਗੈ, ਨਾ ਇਹ ਜਲੈ ਨਾ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਜਨੇਊ ਹੈ ਦਇਆ ਦਾ, ਨਾ ਇਹ ਟੁੱਟਦਾ, ਨਾ ਇਹਨੂੰ ਮੈਲ ਲੱਗਦੀ ਹੈ, ਨਾ ਇਹ ਟੁੱਟਾ, ਨਾ ਮਲ ਲੱਗੈ, ਮਲ ਤੋਂ ਭਾਵ ਮੈਲ, ਨਾ ਇਸ ਜਨੇਊ ਨੂੰ ਮੈਲ ਲੱਗਦੀ ਹੈ, ਨਾ ਇਹ ਟੁੱਟਦਾ ਹੈ, ਨਾ ਇਹੋ ਜਲੈ ਨਾ ਜਾਏ, ਨਾ ਹੀ ਇਹ ਸੜੇਗਾ ਤੇ ਨਾ ਹੀ ਛੱਡ ਕੇ ਜਾਏਗਾ। ਇਹ ਐਸਾ ਜਨੇਊ ਅਸੀਂ ਆਖਦੇ ਹਾਂ। ਅਨਸ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਮਹਾਰਾਜ ਕਹਿਣ ਲੱਗੇ ਉਹ ਧੰਨ ਨੇ ਉਹ ਮਨੁੱਖ ਦੁਨੀਆ ਤੇ ਆਏ, ਜਿਨ੍ਹਾਂ ਨੇ ਇਹੋ ਜਿਹਾ ਜਨੇਊ ਗਲ ਵਿੱਚ ਪਾ ਕੇ ਦੁਨੀਆ ਤੋਂ ਜਾਣਾ ਕੀਤਾ ਹੈ। ਉਹ ਦੁਨੀਆ ਤੇ ਆਏ ਧੰਨ ਨੇ ਜਿਨ੍ਹਾਂ ਕੋਲ ਦਇਆ ਹੈ, ਜਿਨ੍ਹਾਂ ਕੋਲ ਸੰਤੋਖ ਹੈ, ਜਿਨ੍ਹਾਂ ਕੋਲ ਜਤ ਹੈ, ਜਿਨ੍ਹਾਂ ਕੋਲ ਸਤ ਹੈ, ਜਿਨ੍ਹਾਂ ਕੋਲੇ ਸ਼ੁਭ ਗੁਣ ਨੇ। ਉਹ ਮਨੁੱਖ ਧੰਨ ਨੇ ਭਾਈ ਦੁਨੀਆ ਤੇ ਆਏ ਹੋਏ, ਜਿਨ੍ਹਾਂ ਨੇ ਇਹੋ ਜਿਹਾ ਜਨੇਊ ਪਾ ਕੇ ਇਸ ਦੁਨੀਆ ਤੋਂ ਜਾਣਾ ਕੀਤਾ ਹੈ। ਨਾਨਕ ਸੱਦੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਨਾਨਕ ਸੱਚੇ ਨਾਮ ਬਿਨ, ਮਹਾਰਾਜ ਕਹਿਣ ਲੱਗੇ ਸੱਚੇ ਨਾਮ ਤੋਂ ਬਿਨਾ ਕੀ ਟਿੱਕੇ ਲਾਉਣੇ ਮੱਥੇ ਦੇ ਉੱਪਰ ਤੇ ਕੀ ਤਾਗੇ ਪਾਉਣੇ ਕਿਸੇ ਕੰਮ ਦੇ ਨੇ। ਜੇ ਨਾਮ ਨਹੀਂ ਜਪਦਾ ਤੇ ਧਾਰਮਿਕ ਨਿਸ਼ਾਨੀਆਂ ਨੇ ਕੁਝ ਨਹੀਂ ਕਰਨਾ। ਮੱਥੇ ਤੇ ਜਿੱਡਾ ਮਰਜ਼ੀ ਵੱਡਾ ਚੰਦਨ ਦਾ ਟਿੱਕਾ ਲਾ ਲਾ, ਉਹਦਾ ਲਾਭ ਕੋਈ ਨਹੀਂ ਹੈ। ਗਲ ਵਿੱਚ ਜਿੰਨੇ ਮਰਜ਼ੀ ਕਹਿ ਲਈਏ ਵੀ ਉਸ ਵੇਲੇ ਧਾਗੇ ਪਾ ਲਾ, ਉਹਨਾਂ ਦਾ ਵੀ ਲਾਭ ਕੋਈ ਨਹੀਂ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਕਹਿਣ ਲੱਗੇ ਕਾਹਦਾ ਟਿੱਕਾ ਤੇ ਫਿਰ ਕਾਹਦਾ ਜਨੇਊ ਹੈ ਜੇ ਨਾਮ ਨਹੀਂ ਜਪਿਆ। ਇਹ ਗੁਰੂ ਨਾਨਕ ਦੇ ਪਾਤਸ਼ਾਹ ਦੇ ਬਚਨ ਹਨ। ਚੌਪਈ ਇਤਿਆਦਿਕ ਤਵ ਵਰਨਿਉ ਤਹਾ। ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਮੈਂ ਜਨੇਊ ਤਾਂ ਉਤਾਰਿਆ ਵੀ ਤੁਸੀਂ ਪਹਿਲੇ ਰੂਪ ਦੇ ਵਿੱਚ ਆ ਬਚਨ ਬਖਸ਼ੇ, ਮੈਨੂੰ ਇਹਨਾਂ ਬਚਨਾਂ ਨਾਲ ਗਿਆਨ ਪ੍ਰਾਪਤ ਹੋ ਗਿਆ ਹੈ, ਤਾਂ ਮੈਂ ਇਸ ਬਚਨ ਨੂੰ ਮੰਨਿਆ ਹੈ। ਜਾਗੇ ਉਪਵੀਤ ਸੁਗਦ ਸਚ ਮਹਾ। ਤੇ ਇਹ ਮਹਾਰਾਜ ਜਿਹੜਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਜਨੇਊ ਆਖਿਆ ਇਹ ਸੁਖ ਵਾਲਾ ਤੇ ਸੱਚਾ ਹੈ। ਮਨ ਮਤ ਕਰ ਮੈਂ ਤਿਆਗਿਓ ਨਾਹੀ। ਮਹਾਰਾਜ ਇਹ ਮਨ ਮਤ ਕਰਕੇ ਮੈਂ ਛੱਡਿਆ ਨਹੀਂ ਹੈ। ਖੋਜ ਲੀਨ ਗੁਰ ਆਸ਼ੇ ਮਾਹੀ। ਮੈਂ ਗੁਰੂ ਦੇ ਸਿਧਾਂਤ ਦੇ ਮੁਤਾਬਕ ਇਸ ਨੂੰ ਲੱਭ ਲਿਆ ਹੈ ਜੀ। ਰਾਵਰ ਕੀ ਆਇਸ ਸਿਰ ਧਰੈ। ਸਤਿਗੁਰੂ ਪਾਤਸ਼ਾਹ ਅਸੀਂ ਤੇ ਆਪ ਜੀ ਦਾ ਹੁਕਮ ਸਿਰ ਤੇ ਰੱਖਦੇ ਹਾਂ। ਉਚਰੋ ਤਬ ਤੈਸੇ ਸਭ ਕਰੈ। ਮਹਾਰਾਜ ਜਿਵੇਂ ਤੁਸੀਂ ਆਖੋ ਮੈਂ ਤੇ ਉਵੇਂ ਹੀ ਕਰਾਂਗਾ। ਜੇ ਤੁਸੀਂ ਆਖਦੇ ਹੋ ਤੇ ਮੈਂ ਜਨੇਊ ਪਾ ਲੈਂਦਾ, ਤੇ ਜੇ ਤੁਸੀਂ ਆਖਦੇ ਹੋ ਤੇ ਮੈਂ ਇਹ ਜਨੇਊ ਉਤਾਰ ਦਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੁਹਾਡਾ ਹੁਕਮ ਚੱਲਣਾ ਹੈ। ਆਪ ਜੀ ਕੀ ਗਿਆਨ ਦਿੰਦੇ ਹੋ ਕਿਰਪਾ ਕਰੋ, ਮੈਂ ਉਹਦੇ ਮੁਤਾਬਕ ਚੱਲਾਂਗਾ। ਗੁਰਮੁਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਸੁਣਦੇ ਪਏ। ਭਾਈ ਦਇਆ ਸਿੰਘ ਦੀ ਦਲੀਲ ਸੁਣੀ ਹੈ, ਪਰ ਇਹਦੇ ਵਿੱਚ ਵੀ ਮਹਾਰਾਜ ਗਿਆਨ ਬਖਸ਼ਿਸ਼ ਕਰਨਗੇ। ਅਗਲੇ ਬਚਨ ਫਰਮਾਉਣਗੇ ਮਹਾਰਾਜ ਕੇ ਭਾਈ ਦਇਆ ਸਿੰਘ ਇਹ ਬਚਨ ਨਹੀਂ, ਇਹ ਬਚਨ ਕਮਾਉਣੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਹੜੇ ਕਿਹੜੇ ਬਚਨ ਦੱਸਦੇ ਔਰ ਸਾਨੂੰ ਉਹਦੇ ਵਿੱਚੋਂ ਕਿਵੇਂ ਗਿਆਨ ਪ੍ਰਾਪਤ ਹੋਵੇਗਾ, ਇਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ।
ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮਾਫ ਕਰਿਓ। ਲੇਖਾ ਕਤਹਿ ਨ ਛੂਟੀਐ, ਬਖਸ਼ਨ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ